ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋ। ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਗੱਲਬਾਤ ਤੁਹਾਡੇ ਨਾਲ ਛੇੜਨੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸੁਣਨ ਵਾਲਿਆਂ ਦਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹ ਗਾਹੇ ਵਗਾਹੇ ਕਈ ਇਹੋ ਜਿਹੇ ਵਿਸ਼ੇ ਮੈਨੂੰ ਦੇ ਕੇ ਜਾਂਦੇ ਆ ਜਿਨ੍ਹਾਂ ਬਾਰੇ ਕਈ ਵਾਰ ਅਸੀਂ ਗੱਲਬਾਤ ਨਹੀਂ ਕਰ ਰਹੇ ਹੁੰਦੇ ਜਾਂ ਕਿਸੇ ਨਾ ਕਿਸੇ ਕਾਰਨ ਕਰਕੇ ਸਾਡੇ ਆਪਣੇ ਅੰਦਰ ਇੱਕ ਬਲੌਕੇਜ ਬਣ ਜਾਂਦੀ ਹੈ ਕਿ ਸ਼ਾਇਦ ਉਹ ਇਸ਼ੂਜ਼ ਨੂੰ ਅਸੀਂ ਟੱਚ ਹੀ ਨਹੀਂ ਕਰਦੇ। ਮੈਂ ਖਾਸ ਕਰਕੇ ਸ਼ੁਕਰੀਆ ਅਦਾ ਕਰਦੀ ਹਾਂ ਸਾਡੇ ਲਿਸਨਰ ਨੇ ਗੁਰਦੀਪ ਸਿੰਘ। ਉਹਨਾਂ ਨੇ ਪਿਛਲੇ ਹਫ਼ਤੇ ਹੀ ਇੱਕ ਗੱਲਬਾਤ ਦੇ ਦੌਰਾਨ, ਇੱਕ ਟਾਕ ਸ਼ੋਅ ਦੇ ਦੌਰਾਨ ਜਦੋਂ ਮੇਰੇ ਨਾਲ ਉਹ ਗੱਲ ਕਰ ਰਹੇ ਸਨ, ਉਹਨਾਂ ਨੇ ਬੜੀ ਵਧੀਆ ਗੱਲ ਕੀਤੀ। ਕਹਿੰਦੇ ਕਿ ਅਸੀਂ ਜੀ, ਸਾਨੂੰ ਅਕਸਰ ਇਹ ਚੀਜ਼ ਸਿਖਾਈ ਜਾਂਦੀ ਹੈ ਕਿ ਧਰਮ ਦਾ ਵਿਸ਼ਾ ਬਹੁਤ ਸੈਂਸਿਟਿਵ ਹੈ, ਇਹਦੇ ਬਾਰੇ ਆਪਾਂ ਗੱਲ ਨਹੀਂ ਕਰਨੀ। ਕਹਿੰਦੇ ਇਹਦੇ ਬਾਰੇ ਭਾਈ ਕਿਉਂ ਗੱਲ ਨਹੀਂ ਕਰਨੀ, ਕਿਉਂ ਧਰਮ ਸੈਂਸਿਟਿਵ ਹੈ, ਗੱਲ ਕਿਉਂ ਨਾ ਕੀਤੀ ਜਾਵੇ। ਮੇਰੇ ਵੀ ਮਨ ਨੂੰ ਇਹ ਗੱਲ ਉਹਨਾਂ ਦੀ ਜਚੀ ਕਿ ਇਹ ਇੱਕ ਵੱਡਾ ਸਵਾਲ ਬਣਦਾ ਹੈ ਜਿਹੜਾ ਬਹੁਤ ਦੇਖਣ ਨੂੰ ਛੋਟਾ ਜਿਹਾ ਲੱਗਦਾ ਹੈ, ਜਾਂ ਅਸੀਂ ਬੇਧਿਆਨੀ ਕਰ ਦਿੰਦੇ ਹਾਂ ਕਿ ਵੀ ਹਾਂ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੀ ਲੋੜ ਹੀ ਨਹੀਂ। ਜਿਸ ਤਰ੍ਹਾਂ ਸਾਨੂੰ ਸਾਰੇ ਦੱਸੀ ਜਾਂਦੇ ਆ ਕਿ ਨਹੀਂ ਗੱਲ ਕਰਨੀ, ਅਸੀਂ ਉਸੇ ਤਰ੍ਹਾਂ ਚੁੱਪ ਹੋਏ ਜਾਂਦੇ ਹਾਂ। ਪਰ ਜਿਹੜੇ ਮਨ 'ਚ ਸਵਾਲ ਪੈਦਾ ਹੁੰਦੇ ਉਹਨਾਂ ਦਾ ਫਿਰ ਕੀ ਕਰੀਏ। ਅੱਜ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਜਿਹੜੀ ਗੱਲਬਾਤ ਹੋਵੇ ਸ਼ਾਇਦ ਅਸੀਂ ਇਸ ਸਵਾਲ ਦਾ ਜਵਾਬ ਲੱਭ ਸਕੀਏ ਕਿ ਧਰਮ ਦਾ ਵਿਸ਼ਾ ਸੈਂਸਿਟਿਵ ਕਿਉਂ ਹੈ, ਕਿੰਨਾ ਕੁ ਸੈਂਸਿਟਿਵ ਆ, ਸੈਂਸਿਟਿਵ ਹੈ ਵੀ ਜਾਂ ਨਹੀਂ ਹੈ, ਜਾਂ ਉਸ ਤੋਂ ਵੀ ਪਿੱਛੇ ਹੋਰ ਜਾਣ ਦੀ ਕੋਸ਼ਿਸ਼ ਕਰੀਏ ਕਿ ਧਰਮ ਹੈ ਕੀ ਹੈ ਜਿਹਦੇ ਤੋਂ ਸਾਨੂੰ ਡਰ ਲੱਗਣ ਲੱਗ ਪਿਆ, ਜਿਹਦੇ ਬਾਰੇ ਗੱਲ ਜ਼ੁਬਾਨ 'ਤੇ ਅਸੀਂ ਨਹੀਂ ਲੈ ਕੇ ਆ ਸਕਦੇ, ਜਿਹਦੇ ਬਾਰੇ ਅਸੀਂ ਸਵਾਲ ਹੀ ਨਹੀਂ ਉਠਾ ਸਕਦੇ, ਜਿਹਦੇ ਬਾਰੇ ਚੁੱਪ ਰਹਿਣੀ ਹੀ ਅਸੀਂ ਸੋਚਦੇ ਹਾਂ ਕਿ ਉਹ ਠੀਕ ਹੈ, ਚੁੱਪ ਹੀ ਰਿਹਾ ਜਾਣਾ ਚਾਹੀਦਾ ਹੈ। ਅੱਜ ਆਪਣੇ ਨਾਲ ਮੈਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਮਹਿਮਾਨ ਸ਼ਾਮਿਲ ਕਰਨ ਜਾ ਰਹੀ ਹਾਂ, ਪਹਿਲਾਂ ਮੈਂ ਉਹਨਾਂ ਬਾਰੇ ਦੱਸਣਾ ਚਾਹੁੰਦੀ ਹਾਂ। ਉਹਨਾਂ ਦਾ ਨਾਮ ਹੈ ਡਾਕਟਰ ਗੁਰਸ਼ਰਨਜੀਤ ਸਿੰਘ। ਡਾਕਟਰ ਗੁਰਸ਼ਰਨਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਲੀਜੀਅਸ ਸਟੱਡੀਜ਼ ਡਿਪਾਰਟਮੈਂਟ ਦੇ ਹੈੱਡ ਆਫ ਦਾ ਡਿਪਾਰਟਮੈਂਟ ਰਹੇ ਨੇ ਅਤੇ ਪਿਛਲੇ 32 ਸਾਲ ਤੋਂ ਵੱਧ ਸਮੇਂ ਤੋਂ ਉਹ ਧਰਮ ਦੇ ਵਿਸ਼ਿਆਂ ਦੇ ਉੱਤੇ ਅਧਿਐਨ ਕਰਦੇ ਰਹੇ ਨੇ। ਦੂਸਰੇ ਸ਼ਬਦਾਂ ਦੇ ਵਿੱਚ ਉਹ ਧਰਮ ਸ਼ਾਸਤਰੀ ਨੇ, ਇੱਕ ਚਿੰਤਕ ਨੇ। ਵੱਖ-ਵੱਖ ਧਰਮਾਂ ਦਾ ਉਹਨਾਂ ਨੇ ਅਧਿਐਨ ਕੀਤਾ ਅਤੇ ਬੜਾ ਕ੍ਰਿਟੀਕਲੀ ਐਨਾਲਾਈਜ਼ ਕਰਦੇ ਨੇ ਉਹ। ਕਈ ਮੈਂ ਉਹਨਾਂ ਦੀਆਂ ਫੇਸਬੁੱਕ ਪੋਸਟ ਵੀ ਦੇਖਦੀ ਹਾਂ, ਪੜ੍ਹਦੀ ਰਹੀ ਹਾਂ। ਇਸੇ ਕਰਕੇ ਅੱਜ ਮੇਰਾ ਮਨ ਕੀਤਾ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਦੂਸਰਾ, ਉਹਨਾਂ ਦੇ ਕੁਝ ਮੈਂ YouTube 'ਤੇ ਵੀਡੀਓਜ਼ ਵੀ ਦੇਖੇ। ਉਹਨਾਂ ਦੇ ਆਪਣੇ YouTube ਚੈਨਲ ਦੇ ਉੱਤੇ, ਜਿਸ ਦਾ ਨਾਮ ਹੈ ਫਿਲੋਸਫਰਜ਼ ਸਟੋਨ, ਉਹਦੇ ਉੱਤੇ ਵੀ ਬਹੁਤ ਉਹਨਾਂ ਨੇ ਕ੍ਰਿਟੀਕਲੀ ਐਨਾਲਾਈਜ਼ ਕੀਤੇ ਨੇ, ਕਈ ਟੋਪਿਕਸ, ਕਈ ਇਸ਼ੂਜ਼ ਦੇ ਉੱਤੇ ਗੱਲ ਕੀਤੀ ਹੈ। ਸੋ ਮੈਨੂੰ ਲੱਗਦਾ ਕਿ ਉਹਨਾਂ ਨਾਲੋਂ ਬਿਹਤਰ ਕੋਈ ਵਿਅਕਤੀ ਨਹੀਂ ਹੋ ਸਕਦਾ ਜਿਨ੍ਹਾਂ ਦੇ ਕੋਲੋਂ ਇਹ ਸਵਾਲ ਪੁੱਛਿਆ ਜਾਵੇ ਕਿ ਸਾਡੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ, ਸਭ ਤੋਂ ਪਹਿਲਾਂ ਉਹਨਾਂ ਨੂੰ ਠੇਸ ਕਿਉਂ ਲੱਗਦੀ ਹੈ, ਧਾਰਮਿਕ ਭਾਵਨਾਵਾਂ ਭੜਕ ਕਿਉਂ ਜਾਂਦੀਆਂ ਨੇ। ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਵਾਗਤ ਕਰਦੇ ਹਾਂ ਡਾਕਟਰ ਗੁਰਸ਼ਰਨਜੀਤ ਸਿੰਘ ਜੀ, ਜੀ ਆਇਆਂ ਨੂੰ। ਨਵਜੋਤ ਜੀ ਸਤਿ ਸ਼੍ਰੀ ਅਕਾਲ। ਸਾਰੇ ਤੁਹਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਡਾਕਟਰ ਗੁਰਸ਼ਰਨਜੀਤ ਸਿੰਘ ਜੀ, ਮੈਨੂੰ ਇੰਨਾ ਕੁ ਜ਼ਰੂਰ ਪਤਾ ਕਿ ਤੁਸੀਂ ਪਹਿਲਾਂ ਸਾਇੰਸ ਦੇ ਵਿਦਿਆਰਥੀ ਰਹੇ ਹੋ ਅਤੇ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਪਰ ਧਰਮ ਦੇ ਵਿਸ਼ੇ ਦੇ ਉੱਤੇ। ਅਤੇ ਮੈਂ ਜਿਹੜੀਆਂ ਕਿਤਾਬਾਂ ਉਹਨਾਂ ਦਾ ਜ਼ਿਕਰ ਜ਼ਰੂਰ ਕਰੂੰਗੀ ਕਿ ਗੁਰਮਤਿ ਨਿਰਣੈ ਕੋਸ਼, ਸਿੱਖ ਧਰਮ ਪੁਨਰ ਵਿਵੇਚਨ, ਇਸ ਤੋਂ ਇਲਾਵਾ ਗੁਰੂ ਨਾਨਕ ਬਾਣੀ ਦਾ ਸਮਾਜ ਸ਼ਾਸਤਰੀ ਪਰਿਪੇਖ, ਹੋਰ ਕਈ ਕਿਤਾਬਾਂ ਨੇ। ਇਸ ਵੇਲੇ ਜਿਹੜੀ ਕਿਤਾਬ ਮੇਰੇ ਸਾਹਮਣੇ ਉੱਭਰ ਕੇ ਸਾਹਮਣੇ ਆ ਰਹੀ ਹੈ, ਧਰਮ ਦਾ ਵਿਗਿਆਨ, ਮੈਨੂੰ ਲੱਗਦਾ ਕਿ ਉਸ ਦੇ ਕੌਂਟੈਕਸਟ ਦੇ ਵਿੱਚ ਅਸੀਂ ਅੱਜ ਕਾਫੀ ਗੱਲਾਂ ਕਰ ਸਕਦੇ ਹਾਂ। ਸ਼ੁਰੂਆਤ ਇੱਥੋਂ ਹੀ ਕਰਨਾ ਮੈਂ ਚਾਹੁੰਦੀ ਹਾਂ ਤੁਹਾਡੇ ਕੋਲੋਂ ਕਿ ਤੁਸੀਂ ਇੱਕ ਸਾਇੰਸ ਦੇ ਵਿਦਿਆਰਥੀ ਹੋ ਕੇ ਧਰਮ ਦਾ ਜਿਹੜਾ ਵਿਸ਼ਾ ਸੀ ਉਹਨੂੰ ਕਿਵੇਂ ਛੂਹ ਲਿਆ। ਨਵਜੋਤ ਜੀ, ਇਸ ਤਰ੍ਹਾਂ ਕਿ ਅੱਜ ਜਿਸ ਦੁਨੀਆ ਦੇ ਵਿੱਚ ਅਸੀਂ ਰਹਿ ਰਹੇ ਹਾਂ ਜੀ, ਉਹਦੇ 'ਚ ਕੋਈ ਵੀ ਸਬਜੈਕਟ ਜਿਹੜਾ ਨਾ ਉਹ ਹੁਣ ਇੰਡੀਪੈਂਡੈਂਟ ਨਹੀਂ ਹੈ। ਸਾਰੇ ਸਬਜੈਕਟ ਜਿਹੜੇ ਨੇ ਉਹ ਇੰਟਰ ਰਿਲੇਟਡ ਨੇ ਅਤੇ ਇੱਕ ਦੂਜੇ ਨੂੰ ਸਮਝੇ ਬਿਨਾਂ ਕੋਈ ਵੀ ਸਬਜੈਕਟ ਪੂਰਾ ਨਹੀਂ ਹੈ। ਜਿੱਥੋਂ ਤੱਕ ਇਹ ਗੱਲ ਬਣਦੀ ਹੈ ਕਿ ਧਰਮ ਦਾ ਵਿਗਿਆਨ ਨਾਲ ਕੀ ਸੰਬੰਧ ਹੈ, ਉਹਦੇ ਸੰਬੰਧ 'ਚ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਵੇਂ ਸਾਇੰਸ ਜਿਹੜੀ ਹੈ ਨਾ, ਇਹ ਕੋਈ ਖਾਸ ਵਿਸ਼ਾ ਨਹੀਂ ਹੈ। ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਇਹ ਸਾਰੇ ਜਿਹੜੇ ਨੇ ਅਲੱਗ ਅਲੱਗ ਵਿਸ਼ੇ ਨੇ, ਪਰੰਤੂ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਸਾਇੰਸ ਕਿਉਂ ਕਹਿੰਦੇ ਹਾਂ ਜੀ?
ਸਾਇੰਸ ਇਸ ਕਰਕੇ ਕਹਿੰਦੇ ਆ ਕਿ ਇਹ ਸਿਸਟੇਮੈਟਿਕ ਸਟੱਡੀ ਦਾ ਨਾਮ ਹੈ ਸਾਇੰਸ। ਹੁਣ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦੀ ਸਮਝ ਹੈ ਕਿ ਸੋਸ਼ਲ ਸਾਇੰਸਿਸ ਵਰਡ ਵੀ ਵਰਤਿਆ ਜਾਂਦਾ ਹੈ। ਹਾਂਜੀ। ਪੋਲੀਟੀਕਲ ਸਾਇੰਸ ਵੀ ਇੱਕ ਵਰਡ ਵਰਤਿਆ ਜਾਂਦਾ ਹੈ। ਔਰ ਇਹ ਸਾਇੰਸ ਦਾ ਮਤਲਬ ਸਿਰਫ ਇੰਨਾ ਹੈ ਕਿ ਇੱਕ ਸਿਸਟੇਮੈਟਿਕ ਸਟੱਡੀ ਕਿਸੇ ਸਬਜੈਕਟ ਦੀ ਜਦੋਂ ਅਸੀਂ ਕਰਦੇ ਹਾਂ ਤਾਂ ਉਹ ਆਪਣੇ ਆਪ ਦੇ ਵਿੱਚ ਸਾਇੰਸ ਬਣ ਜਾਂਦੀ ਹੈ। ਜਿਹੜਾ ਖਾਸ ਕਰਕੇ ਰਿਲੀਜਨ ਦੀ ਅਸੀਂ ਜੇ ਗੱਲ ਕਰੀਏ ਤਾਂ ਰਿਲੀਜਨ ਸਾਇੰਸ ਦੇ ਵਿੱਚ ਜਿਹੜਾ ਇਹਦੀ ਸਿਸਟੇਮੈਟਿਕ ਸਟੱਡੀ ਸ਼ੁਰੂ ਹੋਈ ਹੈ, ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ। ਇਹ ਯੂਰਪ ਦੇ ਵਿੱਚ 18ਵੀਂ ਸਦੀ ਦੇ ਵਿੱਚ ਜਿਹੜੀ ਹੈ ਨਾ, ਇਹਦੀ ਸਿਸਟੇਮੈਟਿਕ ਸਟੱਡੀ ਸ਼ੁਰੂ ਹੋਈ। ਜਦੋਂ ਇਹ ਜਿਹੜਾ ਵਰਡ ਹੈ ਸਾਇੰਸ ਆਫ ਰਿਲੀਜਨ ਪਹਿਲੀ ਵਾਰੀ ਨੀਦਰਲੈਂਡ ਦੇ ਇੱਕ ਸੋਸ਼ਿਓਲੋਜਿਸਟ ਨੇ ਵਰਤਿਆ ਸੀ, ਜਿਹਦਾ ਨਾਂ ਟਿਲੇ ਸੀਗਾ। ਅੱਛਾ। ਪ੍ਰੋਫੈਸਰ ਟਿਲੇ ਨੇ ਇਹ ਪਹਿਲੀ ਵਾਰੀ ਇਹ ਟਰਮ ਯੂਜ਼ ਕੀਤੀ ਸੀ। ਔਰ ਉਹਦਾ ਮਤਲਬ ਇਹ ਸੀਗਾ ਕਿ ਸਾਨੂੰ ਕਿਸੇ ਇੱਕ ਖਾਸ ਰਿਲੀਜਨ ਦੀ ਸਟੱਡੀ ਕਰਨ ਦੀ ਥਾਂ ਤੇ ਰਿਲੀਜਨ ਨੂੰ ਸਮੁੱਚੇ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਆਮ ਤੌਰ ਤੇ ਜਦੋਂ ਗੱਲ ਕਰਦੇ ਹਾਂ ਇੱਕ ਖਾਸ ਰਿਲੀਜਨ ਨੂੰ ਸਾਹਮਣੇ ਰੱਖ ਕੇ ਕਰਦੇ ਹਾਂ, ਜਦੋਂ ਕਿ ਜਿਹੜੀ ਅਕੈਡਮਿਕ ਸਟੱਡੀ ਹੈ ਯੂਨੀਵਰਸਿਟੀ ਦੇ ਵਿੱਚ, ਜਿਵੇਂ ਤੁਸੀਂ ਦੱਸਿਆ ਕਿ ਮੈਂ ਵੀ ਮਤਲਬ ਰਿਲੀਜੀਅਸ ਸਟੱਡੀ ਡਿਪਾਰਟਮੈਂਟ ਨਾਲ ਰਿਲੇਟਡ ਹਾਂ ਜੀ, ਤੇ ਸਾਡਾ ਮਕਸਦ ਕਿਸੇ ਇੱਕ ਧਰਮ ਨੂੰ ਸਾਹਮਣੇ ਰੱਖ ਕੇ ਸਟੱਡੀ ਕਰਨਾ ਨਹੀਂ ਹੁੰਦਾ। ਅਸੀਂ ਸਮੁੱਚੇ ਰੂਪ ਵਿੱਚ ਜਿਹੜਾ ਇੱਕ ਵਰਤਾਰਾ ਹੈ ਧਰਮ ਦਾ, ਉਹਨੂੰ ਸਾਹਮਣੇ ਰੱਖ ਕੇ ਵਾਚਦੇ ਹਾਂ। ਤੇ ਮੇਰੀ ਬੈਕਗਰਾਉਂਡ, ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਮੈਂ BSc ਨੌਨ ਮੈਡੀਕਲ ਦੇ ਵਿੱਚ ਕੀਤੀ, ਉਸ ਤੋਂ ਬਾਅਦ ਮੈਂ MA ਰਿਲੀਜੀਅਸ ਸਟੱਡੀਜ਼ ਕੀਤੀ, ਤਾਂ ਮੇਰਾ ਜਿਹੜਾ ਪਹਿਲਾਂ ਹੀ ਜਿਹੜਾ ਆਊਟਲੁੱਕ ਸੀ ਬਣਿਆ ਹੋਇਆ, ਨਜ਼ਰੀਆ ਜਿਹੜਾ ਸੀ, ਉਹ ਸਾਇੰਸ ਬੇਸਡ ਸੀਗਾ। ਠੀਕ ਹੈ। ਔਰ ਇਹਨੇ ਮੈਨੂੰ ਬੜੀ ਹੈਲਪ ਕੀਤੀ ਜਦੋਂ ਮੈਂ ਧਰਮ ਦਾ ਅਧਿਐਨ ਸ਼ੁਰੂ ਕੀਤਾ ਤੇ ਧਰਮ ਦੇ ਵਿੱਚ ਮੈਂ ਗਹਿਰੀ ਰੁਚੀ ਜਦੋਂ ਲਈ, ਤਾਂ ਇਸ ਗੱਲ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ, ਕਿਉਂਕਿ ਜਿਹੜਾ ਮੇਰਾ ਨਜ਼ਰੀਆ ਸੀ ਉਹ ਸਾਇੰਟਿਫਿਕ ਸੀਗਾ। ਅੱਛਾ, ਮੈਂ ਇੱਕ ਗੱਲ ਹੋਰ ਸ਼ੁਰੂ ਦੇ ਵਿੱਚ ਹੀ ਪੁੱਛਣਾ ਚਾਹੁੰਦੀ ਤੁਹਾਨੂੰ ਕਿ ਆਪਾਂ ਨਾਰਮਲੀ ਜਿਸ ਰਿਲੀਜਨ ਵਾਲੇ ਪਰਿਵਾਰ ਦੇ ਵਿੱਚ ਪੈਦਾ ਹੁੰਦੇ ਹਾਂ, ਆਪਣੇ ਨਾਲ ਉਹ ਰਿਲੀਜਨ ਜੁੜ ਜਾਂਦਾ ਹੈ। ਅਕਸਰ ਇਹ ਚੀਜ਼ ਹੁੰਦੀ ਹੈ ਕਿ ਜੇ ਸਾਡਾ ਪਰਿਵਾਰ ਇੱਕ ਸਪੈਸੀਫਿਕ ਰਿਲੀਜਨ ਦੀਆਂ ਮਾਨਤਾਵਾਂ ਨੂੰ ਜਾਂ ਉਹਦੇ ਵੱਲੋਂ ਦਿੱਤੀਆਂ ਗਈਆਂ ਗਾਈਡਲਾਈਨਸ ਨੂੰ ਫੋਲੋ ਕਰ ਰਿਹਾ, ਅਸੀਂ ਜੇ ਉਸ ਪਰਿਵਾਰ ਦੇ ਵਿੱਚ ਜਨਮ ਲਿਆ ਤੇ ਸਾਡੇ ਨਾਂ ਨਾਲ ਉਸ ਰਿਲੀਜਨ ਦਾ ਟੈਗ ਲਾ ਦਿੱਤਾ ਜਾਂਦਾ ਹੈ, ਚਾਹੇ ਤੁਸੀਂ ਉਹਨੂੰ ਮੰਨ ਰਹੇ ਹੋ, ਚਾਹੇ ਤੁਸੀਂ ਨਹੀਂ ਮੰਨ ਰਹੇ ਹੋ। ਤੁਸੀਂ ਜਦੋਂ ਸਟੱਡੀ ਸ਼ੁਰੂ ਕੀਤੀ ਰਿਲੀਜਨ ਦੀ, ਕੀ ਤੁਸੀਂ ਆਪਣੇ ਆਪ ਨੂੰ ਨਿਊਟਰਲ ਰੱਖ ਸਕੇ? ਜਿਹੜਾ ਆਰੰਭਕ ਪੀਰੀਅਡ ਸੀ ਮੇਰੇ ਇਸ ਦੌਰ ਦਾ, ਉਹਦੇ 'ਚ ਤਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਆਪਣੇ ਆਪ ਨੂੰ ਨਿਊਟਰਲ ਰੱਖ ਸਕਿਆ, ਪਰ ਜਿਉਂ-ਜਿਉਂ ਮੈਨੂੰ ਆਪਣੇ ਸਬਜੈਕਟ ਦੀ ਸਮਝ ਲੱਗੀ ਕਿ ਜਿਹੜਾ ਰਿਲੀਜੀਅਸ ਸਟੱਡੀਜ਼ ਹੈ ਇਹ ਕਿਸੇ ਇੱਕ ਧਰਮ ਦਾ ਪੱਖ ਨਹੀਂ ਪੂਰਦਾ ਜਾਂ ਕਿਸੇ ਹੋਰ ਧਰਮ ਨੂੰ ਆਪਣਾ ਵਿਰੋਧੀ ਨਹੀਂ ਮੰਨਦਾ, ਇਹ ਓਵਰਆਲ ਸਾਰੇ ਰਿਲੀਜਨਸ ਨੂੰ ਸਾਹਮਣੇ ਰੱਖ ਕੇ ਤਾਂ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਰਿਲੀਜਨ ਐਕਟ ਕਿਵੇਂ ਕਰਦਾ ਹੈ। ਠੀਕ ਹੈ। ਤੋ ਸ਼ੁਰੂ 'ਚ ਤਾਂ ਮੈਂ ਨਹੀਂ ਕਹਿ ਸਕਦਾ ਕਿ ਮੈਂ ਇਸ ਤਰ੍ਹਾਂ ਦਾ ਮੈਨੂੰ ਇੱਕਦਮ ਮਿਲ ਗਿਆ ਸੀ। ਜਦੋਂ ਸ਼ੁਰੂਆਤ ਕੀਤੀ ਸੀ ਤੇ ਉਦੋਂ ਦਿਮਾਗ ਦੇ ਵਿੱਚ ਕੁਝ ਹੋਰ ਵਿਚਾਰ ਸੀ। ਉਦੋਂ ਤਾਂ ਇੱਕ ਪ੍ਰਚਾਰਕ ਬਣਨਾ ਚਾਹੁੰਦੇ ਸੀ ਸ਼ਾਇਦ ਅਸੀਂ, ਮੇਰੇ ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਆਈਡੀਆ ਸੀ ਕਿ ਮੈਂ ਥੋੜ੍ਹੀ ਜਿਹੀ ਰਿਲੀਜਨ ਦੀ ਸਟੱਡੀ ਕਰਾਂਗਾ ਤੇ ਕੋਈ ਪ੍ਰਚਾਰਕ ਬਣ ਜਾਵਾਂਗਾ ਮਸਕੀਨ ਜੀ ਵਾਂਗੂ, ਕਿਉਂਕਿ ਮੇਰੇ ਪਿਤਾ ਜੀ ਜਿਹੜੇ ਸੀ ਖੁਦ ਗ੍ਰੰਥੀ ਸਨ ਪਹਿਲਾਂ, ਤੇ ਕੁਝ ਮਤਲਬ ਕੁਦਰਤੀ ਤੌਰ ਤੇ ਜਿਵੇਂ ਤੁਸੀਂ ਦੱਸਿਆ ਕਿ ਟੈਗ ਲੱਗ ਜਾਂਦੇ ਨੇ ਤੇ ਸਾਨੂੰ ਮੋਟੀਵੇਸ਼ਨ ਮਿਲਦੀ ਸੀ। ਮਸਕੀਨ ਜੀ ਵੀ ਮੈਨੂੰ ਅਕਸਰ ਕਿਹਾ ਕਰਦੇ ਸੀ ਕਿ ਤੁਸੀਂ ਇਸ ਪਾਸੇ ਪੜ੍ਹੇ ਲਿਖੇ ਹੋ ਤੇ ਤੁਹਾਨੂੰ ਆਉਣਾ ਚਾਹੀਦਾ ਜੀ, ਤਾਂ ਉਹ ਮੋਟੀਵੇਸ਼ਨ ਮਿਲਦੀ ਸੀ, ਨੋ ਡਾਊਟ। ਉਸ ਵੇਲੇ ਸਾਡਾ ਜਿਹੜਾ ਨਜ਼ਰੀਆ ਸੀ ਉਹ ਬਿਲਕੁਲ ਪੱਖਪਾਤੀ ਵਾਲਾ ਸੀ, ਔਰ ਅਸੀਂ ਸਮਝਦੇ ਸੀ ਕਿ ਜਿਸ ਧਰਮ ਦੇ ਵਿੱਚ ਅਸੀਂ ਜਨਮ ਲਿਆ, ਜਿਸ ਪਰਿਵਾਰ ਦਾ ਉਹ ਖਾਸ ਧਰਮ ਦੇ ਨਾਲ ਸੰਬੰਧ ਹੈ, ਜਿਵੇਂ ਤੁਸੀਂ ਦੱਸਿਆ ਕਿ ਕੁਦਰਤੀ ਤੌਰ ਤੇ ਇੱਕ ਅਟੈਚਮੈਂਟ ਉਸ ਧਰਮ ਦੇ ਨਾਲ ਹੋ ਜਾਂਦੀ ਹੈ। ਪਰੰਤੂ ਜਿਉਂ-ਜਿਉਂ ਸਾਨੂੰ ਆਪਣੇ ਸਬਜੈਕਟ ਦੀ ਸਮਝ ਲੱਗੀ, ਹਾਇਰ ਸਟੱਡੀ ਕੀਤੀ, ਯੂਨੀਵਰਸਿਟੀ ਦੇ ਵਿੱਚ ਗਏ, ਤਾਂ ਫਿਰ ਸਾਨੂੰ ਸਮਝ ਲੱਗੀ ਕਿ ਨਹੀਂ, ਐਕਚੁਅਲੀ ਰਿਲੀਜੀਅਸ ਸਟੱਡੀ ਦਾ ਮਤਲਬ ਇੱਕ ਧਰਮ ਨੂੰ ਵਡਿਆਉਣਾ ਤੇ ਇੱਕ ਨੂੰ ਕਿਸੇ ਨੂੰ ਨਿੰਦਣਾ ਨਹੀਂ ਹੈ, ਬਲਕਿ ਇਹ ਸਮੁੱਚੇ ਤੌਰ ਤੇ ਧਰਮ ਨੂੰ ਸਮਝਣ ਦਾ ਹੀ ਸਾਡਾ ਮਕਸਦ ਹੋਣਾ ਚਾਹੀਦਾ ਹੈ। ਓਕੇ,
ਸੋ ਧਰਮ ਨੂੰ ਸਮਝ ਸਕੇ ਜੇ ਅੱਜ ਇਹ ਸਿੰਪਲ ਜਿਹੇ ਸ਼ਬਦਾਂ ਦੇ ਵਿੱਚ ਗੱਲ ਕਰਨੀ ਹੋਵੇ, ਸਧਾਰਨ ਸ਼ਬਦਾਂ ਦੇ ਵਿੱਚ, ਕਿ ਧਰਮ ਹੈ ਕੀ ਆ? ਧਰਮ ਵੇਖੋ, ਕੁਝ ਵਿਸ਼ਵਾਸ ਤੇ ਕੁਝ ਜਿਹੜੇ ਸਾਡੇ ਰਸਮੋ ਰਿਵਾਜ ਨੇ ਉਹਨਾਂ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਮਤਲਬ ਲਿਖਾਇਕ ਹੈ ਧਰਮ। ਕਿ ਅਸੀਂ ਕੁਝ ਜਿੰਨੇ ਵੀ ਗਰੁੱਪ ਹੈਗੇ ਨੇ, ਡਿਫਰੈਂਟ ਗਰੁੱਪਸ ਆਫ ਰਿਲੀਜਨਸ, ਉਹਨਾਂ ਦੇ ਵਿੱਚ ਸਾਂਝੀ ਚੀਜ਼ ਹੈ ਕਿ ਇੱਕ ਸੁਪਰੀਮ ਰਿਐਲਿਟੀ ਮੰਨੀ ਜਾਂਦੀ ਹੈ, ਵਿਸ਼ਵਾਸ ਹੁੰਦਾ ਨਰਕ ਸਵਰਗ ਜਾਂ ਲਾਈਫ ਆਫਟਰ ਡੈਥ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਤੇ ਕੁੱਲ ਮਿਲਾ ਕੇ ਜਿਹੜਾ ਕੁਝ ਵਿਸ਼ਵਾਸਾਂ ਦਾ ਨਾਮ ਹੀ ਜਿਹੜਾ ਉਹ ਅਸੀਂ ਕਹਿ ਸਕਦੇ ਹਾਂ ਕਿ ਧਰਮ ਹੈ। ਤੇ ਜਿਹੜੇ ਰਸਮੋ ਰਿਵਾਜ ਹੁੰਦੇ ਨੇ ਉਹ ਵਿਸ਼ਵਾਸਾਂ ਦੀ ਦ੍ਰਿੜਤਾ ਨੂੰ ਜਦੋਂ ਅਸੀਂ ਸਮਾਜਿਕ ਤੌਰ ਤੇ ਪੇਸ਼ ਕਰਦੇ ਹਾਂ ਉਹਨਾਂ ਨੂੰ ਪ੍ਰਗਟਾ ਕਰਨ ਦਾ ਇੱਕ ਜ਼ਰੀਆ ਹੁੰਦੇ ਨੇ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਧਾਰਮਿਕ ਭਾਵਨਾਵਾਂ ਨੂੰ ਬਹੁਤ ਛੇਤੀ ਠੇਸ ਪਹੁੰਚ ਜਾਂਦੀ ਹੈ ਜਾਂ ਧਾਰਮਿਕ ਭਾਵਨਾਵਾਂ ਬਹੁਤ ਛੇਤੀ ਭੜਕ ਜਾਂਦੀਆਂ ਨੇ, ਤੇ ਇਸ ਕਰਕੇ ਧਰਮ ਦੇ ਵਿਸ਼ੇ ਦੇ ਉੱਤੇ ਗੱਲ ਨਹੀਂ ਕੀਤੀ ਜਾਣੀ ਚਾਹੀਦੀ। ਪਰ ਜਿਸ ਢੰਗ ਦੇ ਨਾਲ ਤੁਸੀਂ ਧਰਮ ਨੂੰ ਡਿਫਾਈਨ ਕੀਤਾ ਜਾਂ ਤੁਸੀਂ ਆਪਣੀ ਸਟੱਡੀ ਤੋਂ ਬਾਅਦ ਕਨਕਲੂਡ ਕੀਤਾ ਕਿ ਧਰਮ ਤਾਂ ਹੋਰ ਕੁਝ ਵੀ ਨਹੀਂ ਹੈ, ਕੁਝ ਖਾਸ ਵਿਸ਼ਵਾਸਾਂ ਤੇ ਰਸਮਾਂ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਲਿਖਾਇਕ ਆ, ਤੇ ਫਿਰ ਇਹ ਕੀ ਕਾਰਨ ਆ ਕਿ ਅਸੀਂ ਚਾਹੇ ਕੋਈ ਵੀ ਧਰਮ ABCD ਹੈ, ਲੋਕ ਉਸ ਬਾਰੇ ਗੱਲ ਕਰਨਾ ਡਰ ਕੇ ਸਮਝਦੇ ਆ ਕਿ ਵੀ ਗੱਲ ਨਾ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਸੰਜਮ ਦੇ ਵਿੱਚ ਰਹਿ ਕੇ ਕੀਤੀ ਜਾਵੇ। ਮੈਂ ਇਹੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ, ਜਿਹੜਾ ਇੱਕ ਸਾਡੇ ਲਿਸਨਰ ਦਾ ਸਵਾਲ ਸੀ ਕਿ ਭਾਈ ਕਿਉਂ ਨਾ ਗੱਲ ਕਰੀਏ। ਇਹ ਬੜਾ ਇੰਟਰਸਟਿੰਗ ਕੁਐਸਚਨ ਹੈ ਤੁਹਾਡਾ। ਅਸੀਂ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਮੁੱਦਾ ਛੇੜਨ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਪਹਿਲਾਂ ਹੀ ਬੜੀ ਇਹਤਿਆਤ ਵਜੋਂ ਸ਼ਬਦਾਂ ਦਾ ਇਸਤੇਮਾਲ ਕਰਨਾ ਪੈਂਦਾ। ਉਹਦਾ ਕਾਰਨ ਇਹ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਬਹੁਤੇ ਲੋਕ ਜਿਹੜੇ ਨੇ ਉਹ ਬੜੇ ਭਾਵੁਕ ਹੁੰਦੇ ਨੇ। ਅਸੀਂ ਉਹੀ ਸੁਣਨਾ ਚਾਹੁੰਦੇ ਹਾਂ ਜੋ ਮਤਲਬ ਸਾਡੇ ਬਲੀਫਸ ਨੇ। ਇਹ ਜਿਹੜੀਆਂ ਭਾਵਨਾਵਾਂ ਨੇ ਇਹਨਾਂ ਦਾ ਕਾਰਨ ਇਹ ਹੈ ਛੇਤੀ ਭੜਕਣ ਦਾ ਕਿ ਇੱਕ ਤਾਂ ਅਧੂਰਾ ਗਿਆਨ ਹੈ, ਇੱਕ ਅਸੀਂ ਨਵੀਂ ਗੱਲ ਨੂੰ ਜਿਹੜਾ ਨਾ ਉਹ ਫੇਸ ਕਰਨ ਦੀ ਹਿੰਮਤ ਨਹੀਂ ਰੱਖਦੇ। ਜਦੋਂ ਕੋਈ ਬੰਦਾ ਸਾਨੂੰ ਕੋਈ ਨਵੀਂ ਗੱਲ ਦੱਸਦਾ ਹੈ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਡੀ ਬੜੀ ਚਿਰਾਂ ਦੀ ਇੱਕ ਬਣਾਈ ਇਮਾਰਤ ਜਿਹੜੀ ਹੈ ਨਾ ਉਹ ਡਿੱਗ ਰਹੀ ਹੈ। ਤੇ ਉਹ ਜਿਹੜੀ ਚੀਜ਼ ਹੈ ਉਹਨੂੰ ਅਸੀਂ ਭਾਵਨਾਵਾਂ ਦੇ ਰਾਹੀਂ ਮਤਲਬ ਫਿਰ ਅਸੀਂ ਕਹਿੰਦੇ ਹਾਂ ਕਿ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਮੈਂ ਤੁਹਾਨੂੰ ਇੱਕ ਬੜੀ ਸਿੰਪਲ ਜਿਹੀ ਐਗਜ਼ਾਮਪਲ ਦੇਣੀ ਚਾਹੁੰਦਾ। ਜ਼ਰੂਰ। ਦੇਖੋ, ਜੇ ਧਰਮ ਦੇ ਬਾਰੇ ਗੱਲ ਨਾ ਕਰਨੀ ਹੁੰਦੀ ਨਾ ਤੇ ਸ਼ਾਇਦ ਗੁਰੂ ਨਾਨਕ ਸਾਹਿਬ ਵੀ ਸਾਰੀ ਉਮਰ ਚੁੱਪ ਹੀ ਰਹਿੰਦੇ ਜੀ। ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਅੰਦਰ ਇਹ ਗੱਲ ਆਈ ਹੈ ਕਿ ਜਦੋਂ ਤੱਕ ਇਨਸਾਨ ਦੇ ਸਾਹ ਚੱਲਦੇ ਨੇ ਨਾ ਉਦੋਂ ਤੱਕ ਉਹਨੂੰ ਕੁਝ ਨਾ ਕੁਝ ਕਹਿਣਾ ਵੀ ਚਾਹੀਦਾ ਤੇ ਸੁਣਨਾ ਵੀ ਚਾਹੀਦਾ। ਇੱਕ ਮਤਲਬ ਇਹ ਹਿਊਮਨ ਮਤਲਬ ਨੈਸੈਸਿਟੀ ਵੀ ਹੈ ਜੀ, ਔਰ ਇਹ ਹੋਣਾ ਵੀ ਚਾਹੀਦਾ। ਹੁਣ ਦੇਖੋ, ਗੁਰੂ ਸਾਹਿਬ ਦੀ ਆਪਾਂ ਐਗਜ਼ਾਮਪਲ ਇਸ ਕਰਕੇ ਦੇ ਰਹੇ ਹਾਂ ਕਿ ਸਾਨੂੰ ਗੱਲ ਛੇਤੀ ਸਮਝ ਆ ਜਾਏਗੀ। ਹਾਂਜੀ। ਹੁਣ ਗੁਰੂ ਸਾਹਿਬ ਹਰਿਦੁਆਰ ਦੇ ਵਿੱਚ ਜਾਂਦੇ ਨੇ, ਪਾਣੀ ਦਿੰਦੇ ਨੇ ਉਲਟ ਦਿਸ਼ਾ ਵੱਲ, ਤਾਂ ਉਹ ਇਹ ਗੱਲ ਨਹੀਂ ਸੋਚਦੇ ਕਿ ਇਹਦੇ ਨਾਲ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਭੜਕ ਜਾਣਗੀਆਂ ਜਿਹੜੇ ਹਮੇਸ਼ਾ ਸੂਰਜ ਵੱਲ ਨੂੰ ਪਾਣੀ ਦਿੰਦੇ ਰਹੇ ਨੇ। ਇਸੇ ਤਰੀਕੇ ਨਾਲ ਜਿਵੇਂ ਜਨੇਊ ਦੀ ਸਾਖੀ ਸਾਡੇ ਗੁਰਦੁਆਰਿਆਂ ਦੇ ਵਿੱਚ ਸੁਣਾਈ ਜਾਂਦੀ ਹੈ ਜੀ, ਤੇ ਕਦੀ ਗੁਰੂ ਨਾਨਕ ਸਾਹਿਬ ਨੇ ਸ਼ਾਇਦ ਨਹੀਂ ਸੀ ਸੋਚਿਆ ਕਿ ਜੇ ਮੈਂ ਜਨੇਊ ਬਾਰੇ ਅਜਿਹੇ ਸ਼ਬਦ ਵਰਤਾਂਗਾ ਤੇ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਭੜਕ ਜਾਣਗੀਆਂ ਜਿਨ੍ਹਾਂ ਨੇ ਜਨੇਊ ਪਾਇਆ ਹੋਇਆ ਜਾਂ ਜਿਹੜੇ ਲੋਕ ਪਾਉਂਦੇ ਨੇ। ਤਾਂ ਗੁਰੂ ਨਾਨਕ ਸਾਹਿਬ ਦਾ ਤੇ ਫਲਸਫਾ ਇਹ ਹੈ, ਵਿਚਾਰਧਾਰਾ ਇਹ ਹੈ ਕਿ ਧਰਮ ਦੇ ਵਿਸ਼ਿਆਂ ਦੇ ਉੱਤੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ। ਔਰ ਉਹਨਾਂ ਨੇ ਵੇਖੋ ਆਪਣੇ ਜੀਵਨ ਦਾ ਬਹੁਤ ਸਾਰਾ ਹਿੱਸਾ ਜਿਹੜਾ ਹੈ ਉਦਾਸੀਆਂ ਦੇ ਨਾਮ ਕੀਤਾ, ਜਿਹਨਾਂ ਨੂੰ ਅਸੀਂ ਯਾਤਰਾਵਾਂ ਕਹਿੰਦੇ ਹਾਂ। ਔਰ ਯਾਤਰਾਵਾਂ ਦੇ ਦੌਰਾਨ ਉਹ ਡਿਫਰੈਂਟ ਜਿਹੜੇ ਸੈਕਟ ਸੀਗੇ, ਕਲਟ ਸੀਗੇ, ਉਹਨਾਂ ਦੇ ਜਿਹੜੇ ਮੁਖੀ ਸਨ ਉਸ ਵੇਲੇ ਦੇ ਯੋਗੀ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਕਾਜੀ ਕਹਿ ਦਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਸਿੱਧ ਕਹਿ ਦਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਪੰਡਤ ਕਹਿ ਦਿੰਦੇ ਹਾਂ, ਇਹ ਜਿੰਨੇ ਵੀ ਲੋਕ ਸਨ ਉਹਨਾਂ ਦੇ ਨਾਲ ਉਹਨਾਂ ਨੇ ਜਾ ਕੇ ਸੰਵਾਦ ਰਚਾਇਆ। ਸੰਵਾਦ ਦਾ ਕੀ ਮਤਲਬ ਹੈ ਕਿ ਵਿਚਾਰ ਚਰਚਾ, ਔਰ ਵਿਚਾਰ ਚਰਚਾ ਦੇ ਵਿੱਚੋਂ ਹੀ ਸਿੱਖ ਧਰਮ ਦਾ ਜਿਹੜਾ ਜਨਮ ਹੁੰਦਾ।
ਬਿਲਕੁਲ। ਜੇ ਗੁਰੂ ਨਾਨਕ ਸਾਹਿਬ ਉਹ ਵਿਚਾਰ ਚਰਚਾ ਨਾ ਕਰਦੇ, ਜੇ ਉਹ ਇਹ ਖਿਆਲ ਕਰਦੇ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ, ਤਾਂ ਫਿਰ ਸਿੱਖ ਧਰਮ ਦਾ ਸ਼ਾਇਦ ਜਨਮ ਹੋਣਾ ਵੀ ਮੁਸ਼ਕਲ ਸੀ। ਕਿਉਂਕਿ ਕਿਸੇ ਨੂੰ ਰੱਦ ਕਰੋਗੇ ਤੇ ਨਵੇਂ ਦੀ ਉੱਥੇ ਥਾਂ ਦਿਓਗੇ ਨਾ, ਨਵਾਂ ਤਾਂ ਹੀ ਉਪਜੇਗਾ। ਨਹੀਂ, ਚੱਕਰ ਤਾਂ ਇਹ ਹੈ ਕਿ ਚੱਕਰ ਨਵਾਂ ਉਪਜਣ ਦੀ ਗੱਲ ਨਹੀਂ ਹੈ। ਤੁਸੀਂ ਇੱਕ ਬੜੀ ਖੂਬਸੂਰਤ ਗੱਲ ਕੀਤੀ ਆ ਕਿ ਸਾਡਾ ਜਿਹੜਾ ਅਧੂਰਾ ਗਿਆਨ ਆ, ਸਾਨੂੰ ਜੋ ਐਗਜ਼ਿਸਟ ਕਰ ਰਿਹਾ ਆ, ਅਸੀਂ ਉਹ ਵੀ ਹਾਲੇ ਤੱਕ ਚੰਗੀ ਤਰ੍ਹਾਂ ਸ਼ਾਇਦ ਨਹੀਂ ਸਮਝ ਪਾਏ ਹੁੰਦੇ। ਇਸੇ ਕਰਕੇ ਅਸਹਿਣਸ਼ੀਲਤਾ ਜਿਹੜੀ ਸਾਡੀ ਆ ਜਾਂਦੀ ਆ। ਹਾਂਜੀ, ਤੁਸੀਂ ਜਾਰੀ ਰੱਖੋ। ਦੇਖੋ, ਜਿਹੜਾ ਕੋਈ ਵੀ ਸਟਰਕਚਰ ਹੈ ਨਾ, ਰਿਲੀਜਨ ਦਾ ਸਟਰਕਚਰ, ਉਹਨੂੰ ਮੈਂ ਥੋੜੇ ਜਿਹੇ 3-4 ਪੁਆਇੰਟਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਤੁਹਾਨੂੰ ਸਾਰਾ ਇਹ ਵਰਤਾਰਾ ਸਮਝ ਆ ਜਾਏਗੀ, ਜਿੰਨਾ ਵੀ ਇਹ ਫਨੋਮਨਾ ਹੈ। ਜ਼ਰੂਰ। ਇਹ ਭਾਵਨਾਵਾਂ ਕਿਉਂ ਭੜਕਦੀਆਂ ਨੇ, ਕਿਵੇਂ ਭੜਕਦੀਆਂ ਨੇ। ਦੇਖੋ, 4-5 ਚੀਜ਼ਾਂ ਨੇ ਹਰ ਧਰਮ ਦੇ ਵਿੱਚ। ਇੱਕ ਤੇ ਉਹਦਾ ਜਿਹੜਾ ਫਾਊਂਡਰ ਹੁੰਦਾ, ਉਹਦੀ ਲਾਈਫ ਜਿਹੜੀ ਹੈ ਜੀ, ਉਹ 2 ਤਰੀਕਿਆਂ ਨਾਲ ਵਿਚਾਰੀ ਜਾਂਦੀ ਹੈ। ਇੱਕ ਤੇ ਸਾਇੰਟਿਫਿਕ ਤਰੀਕਾ, ਜਿਹਨੂੰ ਅਸੀਂ ਹਿਸਟਰੀ ਕਹਿ ਦਿੰਦੇ ਹਾਂ ਜੀ, ਉਹ ਲੌਜੀਕਲ ਹਿਸਟਰੀ ਹੁੰਦੀ ਹੈ। ਠੀਕ ਹੈ ਜੀ, ਉਹ ਸਿਸਟੇਮੈਟਿਕਲੀ। ਔਰ ਦੂਜੀ ਹੁੰਦੀ ਹੈ ਇੱਕ ਔਰਲ ਟ੍ਰੈਡੀਸ਼ਨ। ਔਰਲ ਟ੍ਰੈਡੀਸ਼ਨ ਦੇ ਵਿੱਚ ਮਿਰੇਕਲਸ ਆ ਜਾਂਦੀਆਂ ਨੇ, ਅਜਿਹੀਆਂ ਚੀਜ਼ਾਂ ਆ ਜਾਂਦੀਆਂ ਨੇ ਜਿਹੜੀਆਂ ਸਾਨੂੰ ਸਹਿਜ ਨਹੀਂ ਲੱਗਦੀਆਂ, ਪੋਸੀਬਲ ਨਹੀਂ ਲੱਗਦੀਆਂ ਜੀ। ਪਰੰਤੂ ਹਰ ਧਰਮ ਦੇ ਜਿਹੜਾ ਪ੍ਰੋਫਿਟ ਹੁੰਦਾ ਹੈ, ਫਾਊਂਡਰ ਹੁੰਦਾ ਹੈ, ਮਾਸਟਰ ਹੁੰਦਾ ਹੈ, ਉਹਦੇ ਜੀਵਨ ਦੇ ਨਾਲ ਅਜਿਹੀਆਂ ਚੀਜ਼ਾਂ ਜੋੜ ਕੇ ਉਹਨੂੰ ਮਹਾਨ ਬਣਾਉਣ ਦੀ ਕੋਸ਼ਿਸ਼ ਬਾਅਦ ਵਾਲੇ ਕਰਦੇ ਨੇ ਕਿ ਉਹਨੂੰ ਅਸੀਂ ਵਡਿਆਈਏ ਤੇ ਉਹਦਾ ਮਤਲਬ ਜਿਹੜਾ ਸਹਾਰਾ ਲੈ ਕੇ ਅਸੀਂ ਦੁਨੀਆ ਦੇ ਵਿੱਚ ਜਿਹੜੀ ਹੈ, ਇਹ ਬੜਾ ਇੱਕ ਲੰਬਾ ਟੌਪਿਕ ਹੈ। ਮੈਂ ਨਹੀਂ ਸਮਝਦਾ ਕਿ ਇਹ ਇੱਕ ਹੀ ਗੱਲਬਾਤ ਦੇ ਵਿੱਚ ਸਾਰਾ ਕਵਰ ਹੋ ਸਕਦਾ, ਪਰ ਮੈਂ ਥੋੜਾ ਜਿਹਾ ਛੋਹਣ ਦੀ ਕੋਸ਼ਿਸ਼ ਕਰਦਾ। ਆਪਾਂ ਕੋਈ ਨਹੀਂ, ਆਉਂਦੇ ਦਿਨਾਂ ਦੇ ਵਿੱਚ ਜਾਰੀ ਰੱਖਾਂਗੇ ਇਸ ਗੱਲਬਾਤ ਨੂੰ। ਹਾਂਜੀ, ਹੁਣ ਜਦੋਂ ਇਹੋ ਜਿਹੀਆਂ ਮਿਰੇਕਲਸ ਦੇ ਉੱਤੇ ਅਸੀਂ ਜਦੋਂ ਵਿਚਾਰ ਕਰਦੇ ਹਾਂ, ਦੇਖੋ ਹਰ ਧਰਮ ਦੇ ਨਾਲ ਅਜਿਹੀਆਂ ਮਿਰੇਕਲਸ ਜੁੜੀਆਂ ਹੋਈਆਂ, ਹਰ ਪ੍ਰੋਫਿਟ ਦੇ ਨਾਲ, ਹਰ ਫਾਊਂਡਰ ਦੇ ਨਾਲ ਜੀ। ਹੁਣ ਜਦੋਂ ਤੇ ਅਸੀਂ ਦੂਜੇ ਗੈਰ ਮਜ਼ਹਬ ਦੇ ਪ੍ਰੋਫਿਟ ਦੇ ਬਾਰੇ ਗੱਲ ਕਰਦੇ ਹਾਂ ਤੇ ਸਾਡੇ ਮਿਆਰ ਕੁਝ ਹੋਰ ਹੁੰਦੇ ਨੇ। ਮੈਂ ਤੁਹਾਨੂੰ ਦੱਸ ਰਿਹਾ ਕਿ ਭਾਵਨਾਵਾਂ ਕਿਵੇਂ ਭੜਕਦੀਆਂ। ਹਾਂਜੀ ਹਾਂਜੀ। ਜਦੋਂ ਅਸੀਂ ਆਪਣੇ ਬਾਰੇ ਸੁਣਦੇ ਹਾਂ, ਆਪਣੇ ਪ੍ਰੋਫਿਟ ਦੇ ਬਾਰੇ, ਤਾਂ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ। ਦੂਜੇ ਨੂੰ ਕ੍ਰਿਟੀਸਾਈਜ਼ ਕਰਨਾ ਬੜਾ ਸੌਖਾ ਹੈ ਜੀ, ਪਰੰਤੂ ਆਪਣੇ ਬਾਰੇ ਜਦੋਂ ਉਹੀ ਉਸੇ ਤਰ੍ਹਾਂ ਦੇ ਕੁਐਸਚਨ ਜਦੋਂ ਉੱਠਦੇ ਹੈ ਤੇ ਉਹਦੇ ਤੇ ਫਿਰ ਸਾਨੂੰ ਜਿਹੜੀ ਹੈ ਨਾ ਖਲਬਲੀ ਸਾਡੇ ਅੰਦਰ ਮਚ ਜਾਂਦੀ ਹੈ। ਫਿਰ ਅਸੀਂ ਕਹਿੰਦੇ ਹਾਂ ਕਿ ਇਸ ਵਿਸ਼ੇ ਤੇ ਗੱਲ ਨਹੀਂ ਕਰਨੀ ਚਾਹੀਦੀ, ਪਰੰਤੂ ਅਸੀਂ ਦੂਜੇ ਬਾਰੇ ਗੱਲ ਕਰਦੇ ਹਾਂ ਜੀ, ਖੁੱਲ ਕੇ ਗੱਲ ਕਰਨਾ ਚਾਹੁੰਦੇ ਹਾਂ। ਇਸੇ ਤਰੀਕੇ ਨਾਲ ਇੱਕ ਹੋਰ ਜਿਹੜਾ ਪੱਖ ਹੈ ਜਿਹਦੇ ਕਰਕੇ ਭਾਵਨਾਵਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਵੈਲਿਊਜ਼ ਬੜੀ ਤੇਜ਼ੀ ਨਾਲ ਚੇਂਜ ਹੁੰਦੀਆਂ ਨੇ। ਦੇਖੋ, ਇੱਕ ਟਾਈਮ ਸੀ ਜਦੋਂ ਜ਼ਿਆਦਾ ਜਿਹੜੇ ਵਿਆਹ ਕਰਾਉਣੇ ਜਿਹੜੇ ਹੁੰਦੇ ਸੀ ਨਾ, ਉਹ ਇੱਕ ਸੋਸ਼ਲ ਸਟੇਟਸ ਸੀਗਾ। ਠੀਕ ਹੈ, ਵੋਮਨ ਦਾ ਇੱਕ ਵੱਖਰਾ ਸਟੇਟਸ ਸੀ ਉਸ ਵੇਲੇ। ਬਿਲਕੁਲ ਠੀਕ ਹੈ। ਹੁਣ ਵੈਲਿਊਜ਼ ਜਿਹੜੀਆਂ ਮਾਡਰਨ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੋਨੋਗੈਮੀ ਦਾ ਜਿਹੜਾ ਰਿਵਾਜ ਆ ਗਿਆ। ਹੁਣ ਜਦੋਂ ਅੱਜ ਦੀ ਵੈਲਿਊ ਦੇ ਸਾਹਮਣੇ ਅਸੀਂ ਪੁਰਾਣੀਆਂ ਵੈਲਿਊਜ਼ ਨੂੰ ਵਿਚਾਰਦੇ ਹਾਂ ਤੇ ਫਿਰ ਸਾਡੀਆਂ ਭਾਵਨਾਵਾਂ ਭੜਕ ਜਾਂਦੀਆਂ। ਜਦੋਂ ਉਹ ਕੁਐਸਚਨ ਸਾਡੇ ਪ੍ਰੋਫਿਟ ਦੇ ਉੱਤੇ, ਸਾਡੇ ਫਾਊਂਡਰ ਦੇ ਉੱਤੇ ਲੱਗਦੀ ਹੈ ਜੀ, ਕੁਐਸਚਨ ਉੱਠਦਾ ਕਿ ਇੱਕ ਵਿਆਹ ਦੀ ਗੱਲ ਦੀ ਥਾਂ ਤੇ ਸਾਡੇ ਪ੍ਰੋਫਿਟ ਜਿਹੜੇ ਨੇ ਉਹਨਾਂ ਨੇ ਕਈ ਵਿਆਹ ਕੀਤੇ, ਤੇ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਫਿਰ ਸਾਡੀਆਂ ਭਾਵਨਾਵਾਂ ਭੜਕ ਜਾਂਦੀਆਂ ਨੇ। ਪਰੰਤੂ ਇਹਦੇ ਪਿੱਛੇ ਕਾਰਨ ਇਹ ਹੈ ਕਿ ਉਦੋਂ ਵੈਲਿਊ ਫਿਊਡਲ ਸਿਸਟਮ ਸੀਗਾ। ਕਿਸੇ ਵੀ ਰਿਲੀਜਨ ਦਾ ਜਿਹੜਾ ਫਾਊਂਡਰ ਹੈ ਉਹਦੇ ਬਾਰੇ ਤੁਸੀਂ ਕਿਹਾ ਸੀ ਕਿ ਇੱਕ ਤਾਂ ਹਿਸਟਰੀ ਹੁੰਦੀ ਜਿਹੜੀ ਲੌਜੀਕਲ ਹੁੰਦੀ ਹੈ, ਦੂਸਰੀ ਜਿਹੜੀ ਗੱਲ ਕੀਤੀ ਜਾਂਦੀ ਹੈ ਓਰਲ ਟ੍ਰੈਡੀਸ਼ਨਸ ਹੁੰਦੀਆਂ, ਉਹ ਅਸੀਂ ਇੱਕ ਦੂਸਰੇ ਕੋਲੋਂ ਸੁਣੀਆਂ ਸੁਣਾਈਆਂ ਗੱਲਾਂ 'ਤੇ ਆਧਾਰਿਤ ਹੁੰਦੀਆਂ, ਅਤੇ ਅਸੀਂ ਆਪਣੇ ਧਰਮ ਦਾ ਜਿਹੜਾ ਫਾਊਂਡਰ ਹੈ ਜਾਂ ਪ੍ਰੋਫਿਟ ਹੈ ਜਾਂ ਕੋਈ ਵੀ ਆਪਾਂ ਜੋ ਵੀ ਸ਼ਬਦ ਯੂਜ਼ ਕਰਦੇ ਹਾਂ, ਕੋਈ ਸੰਤ ਕਹਿੰਦੇ, ਕੋਈ ਮਹਾਤਮਾ ਕਹਿੰਦਾ, ਅਤੇ ਕੋਈ ਪੈਗੰਬਰ ਕਹਿੰਦਾ, ਕੋਈ ਗੁਰੂ ਪੀਰ ਕਹਿੰਦਾ, ਉਹ ਕਹਿੰਦੇ ਅਸੀਂ ਦੂਸਰੇ ਧਰਮ ਦੇ, ਤੁਸੀਂ ਕਿਹਾ ਸੀ ਕਿ ਜੇ ਉਹਦੇ ਨਾਲ ਸੰਬੰਧਿਤ ਕੋਈ ਗੱਲਾਂ ਬਾਤਾਂ ਹੁੰਦੀਆਂ ਉਸ ਵੇਲੇ ਸਾਡੀਆਂ ਭਾਵਨਾਵਾਂ ਹੋਰ ਹੁੰਦੀਆਂ, ਜਦੋਂ ਸਾਡੇ ਆਪਣੇ ਬਾਰੇ ਹੁੰਦੀਆਂ ਸਾਡੀਆਂ ਭਾਵਨਾਵਾਂ ਹੋਰ ਹੁੰਦੀਆਂ। ਇਸ ਕਰਕੇ ਅਕਸਰ ਕਿਹਾ ਜਾਂਦਾ ਕਿ ਧਾਰਮਿਕ ਭਾਵਨਾਵਾਂ ਭੜਕ ਜਾਂਦੀਆਂ ਨੇ।
ਦੂਸਰੀ ਤੁਸੀਂ ਗੱਲ ਕੀਤੀ ਸੀ ਕਿ ਜਿਹੜਾ ਸਟਰਕਚਰ ਹੈ ਉਹ ਬਹੁਤ ਛੇਤੀ ਵੈਲਿਊ ਸਟਰਕਚਰ ਉਹ ਚੇਂਜ ਹੁੰਦਾ ਰਹਿੰਦਾ। ਉਹ ਉਸ ਸਮੇਂ ਜਦੋਂ ਕਿਤੇ ਉਸ ਧਰਮ ਦੀ ਜਿਹੜੀ ਫਿਲਾਸਫੀ ਸ਼ੁਰੂ ਹੋਈ ਹੋਊਗੀ ਉਦੋਂ ਉਹ ਗੱਲਾਂ ਆਮ ਹੋਣਗੀਆਂ, ਪਰ ਜੇ ਅੱਜ ਕੀਤੀਆਂ ਜਾਂਦੀਆਂ ਤਾਂ ਲੋਕ ਉਹਨਾਂ ਨੂੰ ਰਿਜੈਕਟ ਕਰਦੇ ਆ ਜਾਂ ਉਹਦੇ 'ਤੇ ਵੀ ਭੜਕ ਜਾਂਦੇ ਆ। ਆਪਣੀ ਗੱਲ ਤੁਸੀਂ ਪਲੀਜ਼ ਜਾਰੀ ਰੱਖੋ। ਸੈਕਿੰਡ ਪੁਆਇੰਟ ਜਿਹੜਾ ਇਸ ਸਟਰਕਚਰ ਦੇ ਵਿੱਚ ਡਿਸਕਸ ਮੈਂ ਕਰਨਾ ਚਾਹਾਂਗਾ ਉਹ ਹੈ ਕਿ ਰੈਵੂਲੇਸ਼ਨ ਨੂੰ ਅਸੀਂ ਇਲਹਾਮ ਕਹਿ ਦਿੰਦੇ ਹਾਂ, ਧੁਰਕੀ ਬਾਣੀ ਕਹਿ ਦਿੰਦੇ ਹਾਂ। ਹਰ ਧਰਮ ਦੇ ਵਿੱਚ ਜਿਹੜਾ ਇਹ ਦਾਅਵਾ ਕੀਤਾ ਜਾਂਦਾ ਕਿ ਜਿਹੜਾ ਸਕ੍ਰਿਪਚਰ ਹੈ, ਧਰਮ ਗ੍ਰੰਥ ਹੈ, ਉਹ ਉਹਨਾਂ ਨੂੰ ਰੱਬ ਕੋਲੋਂ ਮਿਲਿਆ। ਅੱਛਾ, ਪਰੰਤੂ ਜਦੋਂ ਕ੍ਰਿਟੀਕਲੀ ਉਹਦੀ ਸਟੱਡੀ ਕੀਤੀ ਜਾਂਦੀ ਹੈ ਤਾਂ ਇਹ ਸਵਾਲ ਉੱਥੇ ਖੜੇ ਹੁੰਦੇ ਨੇ, 2-3 ਸਵਾਲ ਖੜੇ ਹੁੰਦੇ ਨੇ ਕਿ ਕੀ ਇਹ ਵਾਕਈ ਗੋਡ ਕ੍ਰੀਏਟਡ ਹੈ ਕਿ ਮੈਨ ਕ੍ਰੀਏਟਡ ਹੈ। ਇਹ ਜਦੋਂ ਡਿਸਕਸ਼ਨ ਹੁੰਦੀ ਹੈ ਫਿਰ ਉਸ ਵੇਲੇ ਵੀ ਜਿਹੜੀ ਹੈ ਇੱਕ ਟੈਨਸ਼ਨ ਜਿਹੜੀ ਹੈ ਕ੍ਰੀਏਟ ਹੁੰਦੀ ਹੈ ਕਿ ਇਹਨੂੰ ਗੋਡ ਕ੍ਰੀਏਟਡ ਕਹਿਣਾ ਚਾਹੀਦਾ ਜਾਂ ਮੈਨ ਕ੍ਰੀਏਟਡ ਕਹਿਣਾ ਚਾਹੀਦਾ। ਦੂਜੀ ਜਿਹੜੀ ਪ੍ਰੋਬਲਮ ਹੁੰਦੀ ਹੈ ਇਹਦੇ ਵਿੱਚ ਕਿ ਜੇ ਇਹ ਗੋਡ ਕ੍ਰੀਏਟਡ ਮੰਨ ਲਈ ਜਾਵੇ ਤਾਂ ਹਰ ਧਰਮ ਦਾ ਗ੍ਰੰਥ ਜਿਹੜਾ ਹੈ ਉਹ ਵੱਖਰੇ ਨਿਯਮ ਕਿਉਂ ਦਿੰਦਾ ਹੈ? ਜਦੋਂ ਜੇ ਸਾਰੇ ਇੱਕ ਗੋਡ ਵੱਲੋਂ ਆਏ ਹੋਏ ਨੇ, ਜਾਂ ਤਾਂ ਕਹੀਏ ਕਿ ਗੋਡ ਵੀ ਅਲੱਗ-ਅਲੱਗ ਨੇ, ਪਰੰਤੂ ਅਸੀਂ ਇੱਕ ਪਾਸੇ ਕਹਿੰਦੇ ਕਿ ਗੋਡ ਇੱਕ ਹੈ, ਤੇ ਜੇ ਗੋਡ ਇੱਕ ਹੈ ਤੇ ਉਹਨੇ ਸਾਰੇ ਧਰਮਾਂ ਦੇ ਜਿਹੜੇ ਫਾਊਂਡਰ ਨੇ ਉਹਨਾਂ ਨੂੰ ਆਪਣਾ ਰੈਵੂਲੇਸ਼ਨ ਦਿੱਤਾ, ਧਰਮ ਗ੍ਰੰਥ ਦਿੱਤਾ, ਸਕ੍ਰਿਪਚਰ ਦਿੱਤਾ ਹੈ, ਤਾਂ ਫਿਰ ਉਹਨਾਂ ਦੇ ਵਿੱਚ ਮਤਭੇਦ ਕਿਉਂ ਨੇ? ਠੀਕ ਹੈ। ਦੂਜੀ ਇਹਦੇ ਨਾਲ ਰਿਲੇਟਡ ਸਮੱਸਿਆ ਇਹ ਆਉਂਦੀ ਹੈ ਨਵਜੋਤ ਜੀ, ਮੇਰਾ ਇੱਕ ਅਨੁਭਵ ਹੈ ਕਿ ਕਿਸੇ ਵੀ ਧਰਮ ਦੀ ਜਿਹੜੀ ਵਿਆਖਿਆ ਨਾ ਉਹ 50 ਸਾਲਾਂ ਬਾਅਦ ਬਦਲ ਜਾਂਦੀ ਹੈ। ਧਰਮ ਗ੍ਰੰਥ ਨਹੀਂ ਬਦਲਦੇ, ਧਰਮ ਗ੍ਰੰਥ ਨੂੰ ਕੋਈ ਨਹੀਂ ਬਦਲ ਸਕਦਾ, ਪਰੰਤੂ ਲੋੜ ਅਨੁਸਾਰ ਉਹਨਾਂ ਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਨਾ, ਵਿਆਖਿਆ ਜਿਹੜੀ ਹੈ ਜੀ, ਉਹ ਜਿਹੜਾ ਪੁਜਾਰੀ ਵਰਗ ਹੈ ਉਹਨੂੰ ਬਦਲਣ ਲਈ ਮਜਬੂਰ ਹੋਣਾ ਪੈਂਦਾ ਹੈ। ਤਾਂ ਉਹ ਮਜਬੂਰੀ ਕੀ ਹੁੰਦੀ ਹੈ ਕਿ ਜ਼ਮਾਨਾ ਬਦਲ ਜਾਂਦਾ 50 ਸਾਲ ਦੇ ਵਿੱਚ, ਲੋੜਾਂ ਬਦਲ ਜਾਂਦੀਆਂ ਨੇ ਬੰਦੇ ਦੀਆਂ। ਫਿਰ ਉਹ ਜਿਹੜਾ ਪੁਜਾਰੀ ਵਰਗ ਹੈ ਜਿਹੜਾ ਉਸ ਧਰਮ ਦਾ ਪੈਰੋਕਾਰ ਹੁੰਦਾ ਹੈ ਉਹਨੂੰ ਉਹ ਆਪਣੀ ਈਡੀਅਮ ਵੀ ਚੇਂਜ ਕਰਨਾ ਪੈਂਦਾ, ਆਪਣੀ ਵਿਆਖਿਆ ਵੀ ਚੇਂਜ ਕਰਨੀ ਪੈਂਦੀ ਹੈ। ਤੇ ਫਿਰ ਇੱਕ ਨਵੀਂ ਤਰ੍ਹਾਂ ਦੇ ਜਿਹੜੇ ਨੇ ਕੁਐਸਚਨ ਰੇਜ਼ ਹੁੰਦੇ ਹੈ ਕਿ ਅੱਜ ਤੋਂ 50 ਸਾਲ ਪਹਿਲਾਂ ਤਾਂ ਤੁਸੀਂ, ਜਾਂ 100 ਸਾਲ ਪਹਿਲਾਂ ਤਾਂ ਤੁਸੀਂ ਆਪਣੇ ਧਰਮ ਦੀ ਇਹ ਵਿਆਖਿਆ ਕਰਦੇ ਸੀ, ਹੁਣ ਇਹ ਕਿਉਂ ਹੋਣ ਲੱਗ ਗਈ? ਜਦੋਂ ਫਿਰ ਇਹ ਇਸ਼ੂ ਉੱਠਦੇ ਨੇ ਫਿਰ ਇੱਕ ਟੈਨਸ਼ਨ ਜਿਹਨੂੰ ਅਸੀਂ ਕਹਿ ਰਹੇ ਹਾਂ ਕਿ ਭਾਵਨਾਵਾਂ ਭੜਕਣ ਦਾ ਡਰ ਪੈਦਾ ਹੋ ਜਾਂਦਾ ਹੈ। ਠੀਕ ਹੈ। ਇਹਦੇ ਪਿੱਛੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਝ ਇਲਲੌਜੀਕਲ ਰਿਚੁਅਲਸ ਸਾਡੇ ਹਰ ਧਰਮ ਦੇ ਵਿੱਚ ਜਿਹੜੀਆਂ ਨੇ ਉਹ ਪ੍ਰਚਲਿਤ ਹੋ ਜਾਂਦੇ ਨੇ ਜੀ। ਉਹ ਇਲਲੌਜੀਕਲ ਜਿਹੜੇ ਰਿਚੁਅਲਸ ਨੇ ਉਹਨਾਂ ਦਾ ਜਦੋਂ ਜਵਾਬ ਨਹੀਂ ਬਣਦਾ ਕੋਈ, ਉਹ ਫਿਰ ਪਰੇਸ਼ਾਨ ਕਰਦਾ। ਜਿਹੜੇ ਲੋਕ ਆਪਣੇ ਆਪ ਨੂੰ ਧਰਮ ਦੇ ਪੈਰੋਕਾਰ ਜਾਂ ਧਰਮ ਦੇ ਰੱਖਿਅਕ ਮੰਨਦੇ ਨੇ ਉਹਨਾਂ ਵਾਸਤੇ ਫਿਰ ਇੱਕ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਤੇ ਫਿਰ ਉਸ ਵੇਲੇ ਇਹ ਗੱਲ ਕਹੀ ਜਾਂਦੀ ਹੈ ਕਿ ਸਾਨੂੰ ਅਜਿਹੇ ਮੁੱਦੇ ਨਹੀਂ ਚੁੱਕਣੇ ਚਾਹੀਦੇ ਜਿਹਦੇ ਨਾਲ ਭਾਵਨਾਵਾਂ ਜਿਹੜੀਆਂ ਨੇ ਉਹ ਭੜਕ ਸਕਦੀ। ਔਰ ਸਭ ਤੋਂ ਇੰਟਰਸਟਿੰਗ ਗੱਲ ਕਿ ਹਰ ਧਰਮ, ਨਵਜੋਤ ਜੀ, ਇਹ ਦਾਅਵਾ ਕਰਦਾ ਅੱਜ ਦੀ ਡੇਟ ਵਿੱਚ ਕਿ ਉਹਨਾਂ ਦਾ ਧਰਮ ਜਿਹੜਾ ਨਾ ਪੂਰਾ ਵਿਗਿਆਨ ਦੀ ਕਸੌਟੀ ਤੇ ਪੂਰਾ ਉਤਰਦਾ ਹੈ। ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਹਰ ਧਰਮ ਦਾ ਤੁਸੀਂ ਪ੍ਰਚਾਰ ਸੁਣ ਸਕਦੇ ਹੋ ਜਿਹੜਾ ਮਤਲਬ ਆਪਣੇ ਆਪਣੇ ਧਰਮ ਸਥਾਨਾਂ ਦੇ ਵਿੱਚ ਜਾਂ ਲਿਟਰੇਚਰ ਦੇ ਵਿੱਚ ਅਜਿਹੇ ਦਾਅਵੇ ਕਰਦੇ ਨੇ ਕਿ ਜੋ ਸਾਇੰਸ ਨੇ ਅੱਜ ਖੋਜ ਕੀਤੀ ਹੈ ਜਾਂ ਜੋ ਅੱਜ ਸਾਇੰਸ ਕਹਿ ਰਹੀ ਹੈ ਉਹ ਉਹਨਾਂ ਦੇ ਧਰਮ ਗ੍ਰੰਥਾਂ ਦੇ ਵਿੱਚ ਬੜਾ ਪਹਿਲਾਂ ਹੀ ਲਿਖ ਦਿੱਤਾ ਗਿਆ ਜੀ। ਪਰੰਤੂ ਜਦੋਂ ਉਹਨਾਂ ਦੇ ਸਾਹਮਣੇ ਅਜਿਹਾ ਮੈਟਰ ਉਸੇ ਹੀ ਧਰਮ ਗ੍ਰੰਥ ਦਾ ਰੱਖਿਆ ਜਾਂਦਾ ਜਿਹੜਾ ਵਿਗਿਆਨ ਵਿਰੋਧੀ ਸਾਬਤ ਹੁੰਦਾ ਹੈ, ਤਾਂ ਉਸ ਵੇਲੇ ਜਿਹੜੀ ਹੈ ਫਿਰ ਇੱਕ ਬੇਚੈਨੀ ਤੇ ਇੱਕ ਟੈਨਸ਼ਨ ਕ੍ਰੀਏਟ ਹੁੰਦੀ ਹੈ ਜਿਹੜੇ ਉਸ ਧਰਮ ਦੇ ਗ੍ਰੰਥ ਨੂੰ ਜਿਹੜਾ ਹੈ ਉਹ ਮਤਲਬ ਮੰਨਦੇ ਨੇ ਕਿ ਇਹ ਇਲਹਾਮ ਹੈ ਔਰ ਇਹੀ ਸੱਚਾ ਗ੍ਰੰਥ ਹੈ ਜਿਹਦੇ ਵਿੱਚ ਵੇਖੋ ਇੰਨੇ 100 ਸਾਲ ਪਹਿਲਾਂ, ਹਜ਼ਾਰਾਂ ਸਾਲ ਪਹਿਲਾਂ ਜੋ ਲਿਖਿਆ ਸੀ ਉਹ ਵਿਗਿਆਨ ਕਹਿ ਰਿਹਾ। ਤਾਂ ਇਹ ਕੁਝ ਮੇਨ ਚੀਜ਼ਾਂ ਨੇ ਜਦੋਂ ਅੱਜ ਦੇ ਯੁੱਗ ਵਿੱਚ ਜੀ ਅੱਜ ਦਾ ਪੜ੍ਹਿਆ ਲਿਖਿਆ ਬੱਚਾ ਜਿਹੜਾ
ਟ੍ਰੇਨਡ ਹੋਇਆ ਹੈ ਉਹ ਇਹਨਾਂ ਚੀਜ਼ਾਂ ਨੂੰ ਵਾਚਦਾ ਹੈ ਤੇ ਕੁਐਸਚਨ ਖੜੇ ਕਰਦਾ ਹੈ, ਤਾਂ ਅਸੀਂ ਉਹਨੂੰ ਡਿਸਕਰਜ ਕਰਦੇ ਹਾਂ ਕਿ ਇਹ ਕੁਐਸਚਨ ਨਾ ਕਰੋ। ਪਰੰਤੂ ਨਵਜੋਤ ਜੀ, ਜਿਸ ਯੁੱਗ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਹਨੂੰ ਅਸੀਂ ਸੋਸ਼ਲ ਮੀਡੀਆ ਕਹਿੰਦੇ ਹਾਂ, ਇਹਨੇ ਲੋਕਾਂ ਨੂੰ ਬਹੁਤ ਹੀ ਫਰੀਡਮ ਦੇ ਦਿੱਤੀ ਹੈ। ਟਰੂ। ਤੋ ਇਹ ਫਰੀਡਮ ਜਿਹੜੀ ਹੈ ਇੰਨੀ ਜ਼ਿਆਦਾ ਹੋ ਗਈ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਜਿਹੜੇ ਸੋ ਕਾਲਡ ਧਰਮ ਦੇ ਆਪਣੇ ਆਪ ਨੂੰ ਰੱਖਿਅਕ ਮੰਨਦੇ ਨੇ ਜਾਂ ਹਮਾਇਤੀ ਮੰਨਦੇ ਨੇ, ਉਹਨਾਂ ਵਾਸਤੇ ਬਹੁਤ ਸੀਰੀਅਸ ਕਿਸਮ ਦੀਆਂ ਜਿਹੜੀਆਂ ਨੇ ਚੁਣੌਤੀਆਂ ਆ ਰਹੀਆਂ ਨੇ, ਔਰ ਉਹ ਜਵਾਬ ਨਹੀਂ ਦੇ ਪਾ ਰਹੇ ਇਹਨਾਂ ਸਾਰੀਆਂ ਗੱਲਾਂ ਦੇ। ਜਦੋਂ ਉਹ ਜਵਾਬ ਨਹੀਂ ਦੇ ਪਾ ਰਹੇ ਤਾਂ ਫਿਰ ਇੱਕ ਹੋਕਾ ਦਿੱਤਾ ਜਾਂਦਾ ਹੈ ਕਿ ਸਾਨੂੰ ਅਜਿਹੇ ਮੁੱਦੇ ਨਹੀਂ ਚੁੱਕਣੇ ਚਾਹੀਦੇ ਜਿਨ੍ਹਾਂ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੇ। ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਤੁਸੀਂ ਗੁਰਸ਼ਰਨਜੀਤ ਜੀ। ਸਾਡੇ ਕੁਝ ਲਿਸਨਰਸ ਨੇ ਬਹੁਤ ਦੇਰ ਤੋਂ ਟੈਲੀਫੋਨ ਲਾਈਨਸ ਹੋਲਡ ਤੇ ਉਹਨਾਂ ਨੇ ਕੀਤੀਆਂ ਹੋਈਆਂ, ਦੇਖਦੇ ਹਾਂ ਕਿੰਨਿਆਂ ਕੁ ਨਾਲ ਆਪਾਂ ਗੱਲ ਕਰਨ ਦੇ ਵਿੱਚ ਇੰਨੇ ਕੁ ਸਮੇਂ 'ਚ ਕਾਮਯਾਬ ਹੁੰਦੇ ਹਾਂ। ਪਹਿਲੇ ਲਿਸਨਰ ਨੇ ਰਾਜਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਦੀਪ ਜੀ। ਪਹਿਲਾਂ ਤਾਂ ਇਹ ਆ ਵੀ ਜੇ ਗੁਰਦੁਆਰਿਆਂ ਦੇ ਗੋਲਕਾਂ ਭਰਨ ਦੇ ਨਾਲ ਸਾਰਾ ਕੁਝ ਠੀਕ ਹੁੰਦਾ ਗੁਰਬਾਣੀ ਜੇ ਆਪ ਚੱਕ ਕੇ ਪੜ੍ਹ ਲਓਗੇ ਭਾਈ ਸਾਹਿਬ ਦੀ ਗੱਲ ਸਹੀ ਹੈ ਇਹਨਾਂ ਦੀ, ਫਿਰ ਤਾਂ ਕੁਛ ਪੱਲੇ ਪੈ ਜੂ। ਜੇ ਗੋਲਕਾਂ ਭਰਨ ਤੇ ਗੁਰਦੁਆਰੇ ਜਾਂ ਲਾਊਡ ਸਪੀਕਰਾਂ ਤੇ ਕੀਰਤਨ ਸੁਣਨ ਦੇ ਨਾਲ ਭਲਾ ਹੁੰਦਾ ਤਾਂ ਪੰਜਾਬ ਦਾ ਜੋ ਅੱਜ ਬੇੜਾ ਗਰਕ ਹੋਇਆ ਉਹ ਨਹੀਂ ਸੀ ਹੋਣਾ। ਉੱਥੇ ਕੋਈ ਰਹਿ ਕੇ ਰਾਜੀ ਨਹੀਂ ਹੈਗਾ, ਕਹਿੰਦੇ ਗੁਰੂਆਂ ਦੀ ਧਰਤੀ ਹਨਾ। ਗੁਰਦੁਆਰਿਆਂ ਦੇ ਵਿੱਚ ਹੀ ਕਤਲ ਹੋਈ ਜਾ ਰਿਹਾ। ਰਾਜਦੀਪ ਜੀ, ਕੋਈ ਸਵਾਲ ਇਹਨਾਂ ਕੋਲੋਂ ਕਰਨਾ ਸਪੈਸੀਫਿਕ, ਜੇ ਆਪਾਂ ਇਹਨਾਂ ਦੇ ਸਮੇਂ ਦਾ ਫਾਇਦਾ ਉਠਾ ਸਕੀਏ? ਹਾਂਜੀ, ਜਿਹੜਾ ਇਹ ਕਹਿੰਦੇ ਆ ਨਾ ਵੀ ਧਾਰਮਿਕ ਭਾਵਨਾਵਾਂ, ਉਹਦੀ ਵਜ੍ਹਾ ਇਹ ਆ ਵੀ ਪੋਲੀਟਿਕਸ ਨਾਲ ਜੋੜ ਦਿੱਤਾ ਗਿਆ ਸਿਰਫ ਤੇ ਸਿਰਫ ਸਿੱਖੀ ਨੂੰ, ਔਰ ਭਾਵਨਾਵਾਂ ਦੇ ਨਾਲ ਝੁੰਡ ਨੂੰ ਕੰਟਰੋਲ ਕੀਤਾ ਜਾਂਦਾ। ਇਸ ਕਰਕੇ ਧਾਰਮਿਕ ਭਾਵਨਾਵਾਂ ਨਾ ਭੜਕ ਜਾਣ, ਵੋਟ ਬੈਂਕ ਬਣ ਚੁੱਕਿਆ ਸਿੱਖੀ ਦੇ ਨਾਂ ਤੇ। ਸੋ ਹੁਣ ਮੇਰਾ ਸਵਾਲ ਇਹਨਾਂ ਲਈ ਇਹ ਆ ਵੀ ਤੁਸੀਂ ਗੁਰਬਾਣੀ ਪੜ੍ਹੀ ਆ, ਗੁਰਬਾਣੀ ਦੇ 1430 ਵਰਕਿਆਂ ਦੇ ਵਿੱਚੋਂ ਕਿਤੇ ਵੀ ਨਹੀਂ ਲਿਖਿਆ ਹੈ ਵੀ ਸਿਰ ਢੱਕਣ ਦੀ ਲੋੜ ਆ ਸਿੱਖੀ ਨੂੰ, ਸਿੱਖ ਬਣਨ ਲਈ। ਕੋਈ ਰੁਮਾਲ ਨਾਲ ਢੱਕੀ ਫਿਰਦਾ, ਕੋਈ ਫਾੜੀਆਂ ਵਾਲੀ ਪੱਗ ਬੰਨੀ ਫਿਰਦਾ, ਕੋਈ ਗੋਲ ਪੱਗ ਬੰਨੀ ਫਿਰਦਾ। ਜਦੋਂ ਆਪਾਂ ਜੁੱਤੀ ਲਾ ਕੇ ਅੰਦਰ ਗੁਰਦੁਆਰੇ ਜਾਂਦੇ ਹਾਂ, ਉਹਦੇ ਪਿੱਛੇ ਤਾਂ ਤਰਕ ਬਣਦਾ ਵੀ ਅੰਦਰ ਗੰਦ ਨਾ ਜਾਵੇ, ਜੁੱਤੀ ਨਾਲ ਪੈਰਾਂ ਦੇ ਨਾਲ ਜਰਾਬਾਂ ਦੇ ਨਾਲ ਮੁਸਕ ਮਾਰਦਾ। ਰਾਜਦੀਪ ਜੀ, ਸਵਾਲ ਥੋੜਾ ਜਿਹਾ ਬਰੀਫ ਕਰ ਦਿਓ ਪਲੀਜ਼। ਹਾਂਜੀ, ਸਿਰ ਢੱਕਣ ਦੀ ਕੀ ਵਜ੍ਹਾ? ਗੁਰਸ਼ਰਨਜੀਤ ਜੀ। ਮੈਂ ਪਹਿਲਾਂ ਹੀ ਇਹ ਪੁਆਇੰਟ ਲਿਆ ਸੀ ਕਿਉਂਕਿ ਵਿਆਖਿਆ ਦੀ ਮੇਰੇ ਕੋਲ ਜ਼ਿਆਦਾ ਸੰਭਾਵਨਾ ਨਹੀਂ ਸੀ ਕਿਉਂਕਿ ਟਾਈਮ ਬੜਾ ਘੱਟ ਹੈ। ਮੈਂ ਕਿਹਾ ਸੀ ਕਿ ਜਿਹੜੀਆਂ ਕੁਝ ਇਲੌਜੀਕਲ ਟ੍ਰੈਡੀਸ਼ਨਸ ਜਿਹੜੀਆਂ ਨੇ ਉਹ ਡਿਵੈਲਪ ਹੋ ਜਾਂਦੀਆਂ ਨੇ। ਉਹ ਇਲੌਜੀਕਲ ਟ੍ਰੈਡੀਸ਼ਨ ਜਿਹੜੀਆਂ ਨੇ ਉਹ ਜਦੋਂ ਥੋਪੀਆਂ ਜਾਂਦੀਆਂ ਨੇ ਕੁਝ ਲੋਕਾਂ ਦੇ ਉੱਤੇ, ਉਹਨਾਂ ਨੂੰ ਪਸੰਦ ਨਹੀਂ ਆਉਂਦੀਆਂ ਔਰ ਉਹ ਉਹਦਾ ਵਿਰੋਧ ਕਰਦੇ ਨੇ। ਹੁਣ ਖਾਸ ਕਰਕੇ ਇਹਨਾਂ ਦੇਸ਼ਾਂ ਦੇ ਵਿੱਚ ਹਰ ਕਮਿਊਨਿਟੀ ਜਿਹੜੀ ਹੈ, ਸਿਰਫ ਮੈਂ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਹਰ ਕਮਿਊਨਿਟੀ ਦੀ ਗੱਲ ਕਰ ਰਿਹਾ, ਉਹਨਾਂ ਨੂੰ ਆਪਣੀਆਂ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਰਿਚੁਅਲਸ ਨੇ, ਰਿਲੀਜੀਅਸ ਰਿਚੁਅਲਸ, ਉਹਨਾਂ ਨੂੰ ਲੈ ਕੇ ਬੜੀਆਂ ਸਖਤ ਚੁਣੌਤੀਆਂ ਮਿਲ ਰਹੀਆਂ ਨੇ ਔਰ ਇਹ ਸਵਾਲ ਉੱਠਣਗੇ ਬੜੇ ਸੁਭਾਵਿਕ ਨੇ ਮੇਰੇ ਹਿਸਾਬ ਨਾਲ। ਜੀ, ਥੈਂਕ ਯੂ। ਅਗਲੇ ਲਿਸਨਰ ਲੈਣੇ ਆ ਅਮਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਿਰਫ ਇਹ ਪੁੱਛਣਾ ਸੀ, ਮਤਲਬ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਆ ਪਹਿਲਾਂ ਲੜੀਦਾਰ ਹੁੰਦੇ ਸੀ, ਬਾਅਦ ਦੇ ਵਿੱਚ ਉਹਨੂੰ ਪਦਛੇਦ ਕਰ ਦਿੱਤਾ ਗਿਆ ਤੇ ਉਹਦੇ ਵਿੱਚ ਕੌਮੇ ਵਗੈਰਾ ਬਹੁਤ ਘੱਟ ਨੇ, ਤਾਂ ਕਿ ਵਿਆਖਿਆ ਕਰਨੀ ਬੜੀ ਔਖੀ ਹੁੰਦੀ ਆ। ਜੇ ਅਸੀਂ ਉਹਨਾਂ ਨੂੰ ਅੱਜ ਨਵੇਂ ਤਰੀਕੇ ਦੇ ਨਾਲ ਕੌਮੇ ਵਗੈਰਾ ਲੱਗ ਸਕਦੇ ਆ ਜਾਂ ਮਤਲਬ ਜਿਸ ਤਰ੍ਹਾਂ ਸਾਨੂੰ ਪ੍ਰੋਨਾਊਂਸ ਕਰਨਾ ਚਾਹੀਦਾ ਉੱਦਾਂ ਹੋ ਸਕਦੀ ਕਿ ਨਹੀਂ ਹੋ ਸਕਦੀ? ਜੀ ਹਾਂਜੀ ਗੁਰਸ਼ਰਨਜੀਤ ਜੀ। ਦੇਖੋ, ਇਸ ਤਰ੍ਹਾਂ ਹੈ ਕਿ ਇਹ ਜਿਹੜਾ ਸਵਾਲ ਹੈ ਨਾ ਮੇਰੇ ਘੇਰੇ ਤੋਂ ਬਾਹਰ ਦਾ ਸਵਾਲ ਹੈ। ਉਹਦਾ ਕਾਰਨ ਇਹ ਹੈ ਕਿ ਜੇ ਮੈਂ ਇਹ ਕਹਿ ਦੇਵਾਂ ਕਿ ਲੱਗ ਸਕਦੇ ਨੇ ਤੇ ਅਕਾਲ ਤਖਤ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ, ਇਹ ਮੇਰੇ ਘੇਰੇ ਦਾ ਸਵਾਲ ਨਹੀਂ ਹੈਗਾ ਜੀ। ਹਾਂ, ਜਿੱਥੋਂ ਤੱਕ ਆਪਸੀ ਇੱਕ ਸੰਵਾਦ ਦੀ ਗੱਲ ਹੈ, ਉੱਥੇ ਮੈਂ ਇਹ ਗੱਲ ਕਹਿ ਸਕਦਾ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਹੁਣ ਜਦੋਂ ਕਿ ਗੁਰਮੁਖੀ ਪੜ੍ਹਨ ਵਾਲੇ ਬੰਦੇ ਬਹੁਤ ਘੱਟ ਗਏ ਨੇ ਤੇ ਜਿਹੜੀਆਂ ਲੜੀਵਾਰ ਬੀੜਾਂ ਸੀ ਉਹਦਾ ਪਾਠ ਤਾਂ ਸ਼ਾਇਦ ਮੈਂ ਵੀ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ। ਮੈਂ ਆਪਣੀ ਨਿੱਜੀ ਤੁਹਾਨੂੰ ਦੱਸ ਦੇਣਾ ਕਿ ਸ਼ਾਇਦ ਮੈਂ ਵੀ ਗਲਤ ਕਰ ਜਾਵਾਂਗਾ ਕਿਤੇ ਨਾ ਕਿਤੇ। ਤਾਂ ਉਸ ਵੇਲੇ ਜਦੋਂ ਕਿ ਪੰਜਾਬੀ ਪੜ੍ਹਨ ਵਾਲਿਆਂ ਦੀ ਗਿਣਤੀ ਘੱਟ ਗਈ ਹੈ ਜਾਂ ਪੰਜਾਬੀ ਦੇ ਪ੍ਰਤੀ ਓਨਾ ਲਗਾਓ ਨਹੀਂ ਰਿਹਾ ਸਾਡਾ ਲੋਕਾਂ ਦਾ, ਤਾਂ ਉਸ ਵੇਲੇ ਸਾਨੂੰ ਪਹਿਲਾਂ ਤੇ ਵੇਖੋ ਪਦਛੇਦ ਕੀਤੇ ਹੀ ਨੇ ਨਾ ਅਸੀਂ ਗੁਰੂ ਗ੍ਰੰਥ ਸਾਹਿਬ, ਜਿਹੜੇ ਲੜੀਵਾਰ ਸੀ ਉਹਨਾਂ ਨੂੰ ਪਦਛੇਦ ਕੀਤਾ। ਤੇ ਹੁਣ ਜੇ ਆਉਣ ਵਾਲੇ ਸਮੇਂ 'ਚ ਜੇ ਲੋੜ ਮਹਿਸੂਸ ਹੋਏਗੀ ਤਾਂ ਕੌਮੇ ਵੀ ਲੱਗ ਜਾਣਗੇ, ਹੋਰ ਵਿਸ਼ਰਾਮ ਚਿੰਨ੍ਹ ਜਿਹੜੇ ਨੇ ਉਹ ਵੀ ਲੱਗ ਜਾਣਗੇ। ਤਾਂ ਮੈਨੂੰ ਤਾਂ ਪਰਸਨਲੀ ਇਹਦੇ 'ਚ ਕੋਈ ਬੁਰਾਈ ਵਾਲੀ ਗੱਲ ਨਹੀਂ ਲੱਗਦੀ। ਠੀਕ ਹੈ,
ਬਿਪਨਦੀਪ ਜੀ ਸਵਾਲ ਪਲੀਜ਼ ਛੋਟਾ ਰੱਖਿਓ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਬੜਾ ਵਧੀਆ ਆਪਣਾ ਗੈਸਟ ਤੁਹਾਡੇ ਸ਼ੇਅਰ ਕਰ ਰਹੇ ਨੇ ਆਪਣੇ ਇਨਸਾਈਟਸ, ਤੇ ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ। ਮੈਂ ਸਵਾਲ ਤਾਂ ਇਹੀ ਕਰਨਾ ਚਾਹੁੰਦਾ ਕਿ ਇੱਕ ਜਿਵੇਂ ਇਹਨਾਂ ਨੇ ਧਾਰਮਿਕਤਾ ਦੀ ਗੱਲ ਕੀਤੀ ਹੈ, ਉਹਦੇ ਤੇ ਵਿਚਾਰ ਦੀ ਗੱਲ ਕੀਤੀ ਹੈ, ਕੀ ਸਾਨੂੰ ਇਹਨਾਂ ਦਾ ਕੀ ਇਹਦੇ ਬਾਰੇ ਖਿਆਲ ਹੈ? ਕਿ ਜਿਹੜਾ ਮੇਰਾ ਸਵਾਲ ਹੈ ਕਿ ਕੀ ਜਿਹੜੇ ਸਾਨੂੰ ਜੇ ਅਸੀਂ ਬੈਕਗਰਾਊਂਡ ਚਾਹੀਏ ਬਚਪਨ 'ਚ ਸਾਨੂੰ ਜਵਾਬ ਪਹਿਲਾਂ ਦੇ ਦਿੱਤੇ ਜਾਂਦੇ ਨੇ, ਸਾਡੀ ਕਿਉਰਿਓਸਿਟੀ ਧਾਰਮਿਕਤਾ ਬਾਰੇ ਆਉਣੀ ਜਦੋਂ ਸ਼ੁਰੂ ਹੁੰਦੀ ਹੈ ਉਹਦੇ ਨਾਲੋਂ? ਕਿਉਂਕਿ ਜਿਹੜੇ ਗੁਰੂ ਨਾਨਕ ਸਾਹਿਬ ਜੀ ਦਾ ਇਹਨਾਂ ਨੇ ਐਗਜ਼ਾਮਪਲ ਲਿਆ ਕਿ ਉਹਨਾਂ ਨੇ ਜਦੋਂ ਇਸ ਚੀਜ਼ ਦਾ ਫਿਕਰ ਨਾ ਕਰਦਿਆਂ ਹੋਇਆ ਕਿ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੂਗੀ, ਪਰ ਉਹਨਾਂ ਨੇ ਨਾਲ ਇੱਕ ਸੋਲਿਊਸ਼ਨ ਵੀ ਦਿੱਤਾ ਵੀ ਜੇ ਇਹ ਨਹੀਂ ਤਾਂ ਇਹ ਹੈ, ਜੇ ਇਹ ਨਹੀਂ ਤਾਂ ਇਹ ਹੈ। ਤੇ ਜੇ ਜਨੇਊ ਦਾ ਉਹਨਾਂ ਨੇ ਕੋਈ ਵਰਣਨ ਕੀਤਾ ਤਾਂ ਉਹਨਾਂ ਨੇ ਦਇਆ ਕਪਾ ਤੇ ਉਹਦੇ ਨਾਲ ਦੱਸਿਆ ਵੀ ਜਨੇਊ ਦਾ ਅਸਲ ਮਤਲਬ ਕੀ ਹੈ। ਤੇ ਦੋਨੋਂ ਸਵਾਲ ਜੁੜੇ ਹੀ ਹੋਏ ਨੇ। ਇਹ ਪਹਿਲਾਂ ਤਾਂ ਕਿ ਕੀ ਸਾਨੂੰ ਸਵਾਲਾਂ ਤੋਂ ਪਹਿਲਾਂ ਜਵਾਬ ਮਿਲ ਜਾਂਦੇ ਨੇ, ਇਸ ਕਰਕੇ ਅਸੀਂ ਇੰਨੇ ਦਾਰਸ਼ਨਿਕ ਜਾਂ ਰਿਸਰਚਰ ਨਹੀਂ ਬਣਦੇ ਉਸ ਚੀਜ਼ ਬਾਰੇ। ਤੇ ਦੂਜੀ ਗੱਲ, ਜੇ ਅਸੀਂ ਕਿਸੇ ਵਾਰਤਾਲਾਪ 'ਚ ਪੈਂਦੇ ਹਾਂ ਤਾਂ ਉਹਦੇ ਲਈ ਸਾਨੂੰ ਸਵਾਲ ਦਾ ਜਾਂ ਸਾਡੀ ਆਪਣੀ ਕੋਈ ਵਿਚਾਰਧਾਰਾ ਜਾਂ ਸੋਚ ਦਾ ਜਾਂ ਖੋਜ ਦਾ ਹੋਣਾ ਜ਼ਰੂਰੀ ਹੈ ਜਾਂ ਨਹੀਂ? ਗੁਰਸ਼ਰਨ ਜੀ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਹਰ ਧਰਮ ਦੇ ਵਿੱਚ ਨਾ ਇੱਕ ਵਰਤਾਰਾ ਤੁਸੀਂ ਵੇਖਦੇ ਹੋਵੋਗੇ ਕਿ ਛੋਟੇ ਬੱਚਿਆਂ ਨੂੰ ਮੈਂ ਸ਼ਬਦ ਇੱਕ ਬੜਾ ਗਲਤ ਜਿਹਾ ਇਸਤੇਮਾਲ ਕਰਨ ਲੱਗਿਆ ਕਿ ਗਲ ਵਿੱਚ ਪੱਟੇ ਪਾ ਦਿੱਤੇ ਜਾਂਦੇ ਨੇ। ਹਰ ਧਰਮ ਦੇ ਬੱਚੇ ਨੂੰ ਜੰਮਦਿਆਂ ਹੀ ਜਿਹੜਾ ਕੱਟੜਤਾ ਸਿਖਾਈ ਜਾਂਦੀ ਹੈ ਜੀ। ਉਹਨੂੰ ਸਿਖਾਇਆ ਜਾਂਦਾ ਹੈ ਕਿ ਤੂੰ ਆਪਣੇ ਧਰਮ ਦੇ ਵਿੱਚ ਪੱਕਿਆਂ ਰਹਿਣਾ। ਅਸੀਂ ਮਤਲਬ ਉਹਦੀ ਮਾਸੂਮੀਅਤ ਨੂੰ ਰੋਲ ਕੇ ਰੱਖ ਦਿੰਦੇ ਹਾਂ। ਔਰ ਉਹਦੇ ਵਿੱਚ ਜਿਹੜਾ ਇਹ ਪਾਠਕ ਨੇ ਬੜੀ ਸਿਆਣੀ ਗੱਲ ਕੀਤੀ, ਬਹੁਤ ਵਧੀਆ ਗੱਲ ਕੀਤੀ, ਬਹੁਤ ਸੂਖਮ ਗੱਲ ਹੈ ਕਿ ਉਹਨੂੰ ਡਿਵੈਲਪ ਹੋਣ ਦਾ ਆਪਣੇ ਆਪ ਮੌਕਾ ਨਹੀਂ ਦਿੰਦੇ। ਇਸ ਮਾਮਲੇ 'ਚ ਅਸੀਂ ਸ਼ੁਰੂ ਚੋਂ ਹੀ ਉਹਨੂੰ ਇਹ ਦੱਸ ਦਿੰਦੇ ਹਾਂ ਕਿ ਆਪਣਾ ਧਰਮ ਸਭ ਤੋਂ ਵਧੀਆ ਹੈ ਤੇ ਬਾਕੀ ਸਾਰੇ ਧਰਮ ਨਿਕੰਮੇ ਨੇ। ਅਸੀਂ ਇੱਕ ਨਫ਼ਰਤ ਦੀ ਭਾਵਨਾ ਬੱਚੇ ਦੇ ਮਾਸੂਮ ਜਿਹੜਾ ਹਿਰਦੇ ਦੇ ਵਿੱਚ, ਦਿਮਾਗ ਦੇ ਵਿੱਚ ਪਾ ਦਿੰਦੇ ਹਾਂ ਔਰ ਉਹਨੂੰ ਆਪਣੇ ਆਪ ਜਿਹੜਾ ਸੋਚਣ ਦਾ ਜਿਹੜਾ ਉਹ ਮੌਕਾ ਨਹੀਂ ਦਿੰਦੇ। ਕਿਉਂਕਿ ਉਹ ਫਿਰ ਜਿਹੜਾ ਬਚਪਨ ਦੇ ਵਿੱਚ ਉਹਨੂੰ ਟੀਕਾ ਲੱਗ ਜਾਂਦਾ ਨਾ, ਟੀਕਾ, ਉਹ ਫਿਰ ਜਵਾਨੀ ਤੱਕ ਕਈ ਵਾਰੀ ਕੰਮ ਕਰਦਾ ਹੈ। ਔਰ ਉਹ ਕੱਟੜਤਾ ਜਿਹੜੀ ਅੱਜ ਦੇ ਸੁਸਾਇਟੀ ਦੇ ਵਿੱਚ ਜਿਹੜੀ ਕੱਟੜਤਾ ਦੇਖੀ ਜਾ ਰਹੀ ਹੈ, ਜੇਕਰ ਤੁਸੀਂ ਇਹਦਾ ਸਰਵੇ ਕਰੋ ਤਾਂ ਮੋਸਟਲੀ ਇਹ ਉਹ ਬੱਚੇ ਨੇ ਜਿਹੜੇ ਕੱਟੜ ਬਣੇ ਨੇ, ਜਿਹੜੇ ਰਿਲੀਜੀਅਸ ਇੰਸਟੀਚਿਊਟ ਦੇ ਵਿੱਚ ਪੜ੍ਹੇ ਨੇ ਔਰ ਜਿਨ੍ਹਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਅਜਿਹੀ ਟ੍ਰੇਨਿੰਗ ਦਿੱਤੀ ਹੈ। ਔਰ ਇਹ ਬੱਚੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਜਿਹੜਾ ਹੈ ਇਹ ਡਿਵੈਲਪ ਨਹੀਂ ਹੋ ਸਕਦੇ ਸੁਸਾਇਟੀ ਦੇ ਵਿੱਚ ਜਦੋਂ ਇਹ ਵੱਡੇ ਹੋ ਜਾਂਦੇ ਨੇ, ਕਿਉਂਕਿ ਇੱਕ ਘੇਰੇ ਦੇ ਵਿੱਚ ਇੱਕ ਘਿਰ ਕੇ ਰਹਿ ਜਾਂਦੇ ਨੇ ਬੱਚੇ। ਔਰ ਇਹ ਮਤਲਬ ਇਹਨਾਂ ਦੇ ਨਾਲ ਮੈਂ ਸਮਝਦਾ ਕਿ ਜ਼ਿਆਦਤੀ ਹੈ। ਮੈਂ ਇੱਕ ਛੋਟੀ ਜਿਹੀ ਗੱਲ ਦੱਸ ਕੇ ਸਮਾਪਤ ਕਰਨਾ ਚਾਹਾਂਗਾ ਕਿਉਂਕਿ ਮੇਰੇ ਟਾਈਮ ਦੀ ਜਿਹੜੀ ਹੈ ਇੱਥੇ ਇੱਕ ਸਮਾਪਤੀ ਹੋਣ ਵਾਲੀ ਹੈ। ਹਾਂਜੀ ਬਿਲਕੁਲ। ਮੈਂ ਸੁਣਨ ਵਾਲਿਆਂ ਕੋਲੋਂ ਮਾਫੀ ਚਾਹੁੰਦੀ ਹਾਂ, ਬਹੁਤ ਦੇਰ ਦੇ ਲਾਲਜੋਤ ਸਿੰਘ ਜੀ ਬੇਲੋਪਲ ਜੀ ਹੋਲਡ ਤੇ ਨੇ, ਪਰ ਮਾਫੀ ਚਾਹੁੰਦੀ ਇਹਨਾਂ ਕੋਲ ਸਮੇਂ ਦੀ ਘਾਟ ਕਰਕੇ ਕਾਲਸ ਲੈ ਨਹੀਂ ਸਕਦੇ। ਪਰ ਇਹ ਵਾਅਦਾ ਜ਼ਰੂਰ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਗੁਰਸ਼ਰਨ ਜੀ ਨਾਲ ਫਿਰ ਆਪਾਂ ਗੱਲਬਾਤ ਕਰਾਂਗੇ। ਗੁਰਸ਼ਰਨ ਜੀ ਜਾਰੀ ਰੱਖੋ ਪਲੀਜ਼। ਹਾਂਜੀ, ਕੁਝ ਸਾਲ ਪਹਿਲਾਂ ਮੈਨੂੰ ਇੱਥੇ ਕਿਸੇ MP ਨੂੰ ਮਿਲਣ ਦਾ ਮੌਕਾ ਮਿਲਿਆ ਕੈਨੇਡਾ ਦੇ ਵਿੱਚ। ਤੇ ਮੈਨੂੰ ਉਹ MP ਮੇਰੀ ਕੁਆਲੀਫਿਕੇਸ਼ਨ ਵਗੈਰਾ ਵੇਖ ਕੇ ਮੈਨੂੰ ਉਹਨੇ ਕੁਐਸਚਨ ਕੀਤਾ ਕਿ ਤੁਸੀਂ ਜਿਹੜਾ ਕੀ ਸੁਝਾਅ ਦੇਣਾ ਚਾਹੁੰਦੇ ਹੋ, ਜਿਹੜਾ ਸਾਡਾ ਰਿਲੀਜੀਅਸ ਕਰਿਕੂਲਮ ਹੁੰਦੇ ਨੇ ਸਕੂਲਾਂ ਦੇ ਵਿੱਚ ਜਾਂ ਜਿਹੜਾ ਹੋਰ ਇਸ ਤਰ੍ਹਾਂ ਦਾ ਵਰਤਾਰਾ ਵਰਤਦਾ ਸਕੂਲਾਂ ਦੇ ਵਿੱਚ, ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ? ਤਾਂ ਮੈਂ ਉਹਨਾਂ ਨੂੰ ਇੱਕ ਗੱਲ ਸਲਾਹ ਦਿੱਤੀ ਸੀ। ਮੈਂ ਉਹਨਾਂ ਨੂੰ ਇਹ ਸਲਾਹ ਦਿੱਤੀ ਸੀ ਕਿ ਘੱਟੋ ਘੱਟ 15 ਸਾਲ ਤੱਕ ਦੇ ਬੱਚੇ ਨੂੰ ਕੋਈ ਰਿਲੀਜੀਅਸ ਐਜੂਕੇਸ਼ਨ ਨਹੀਂ ਦੇਣੀ ਚਾਹੀਦੀ ਸਕੂਲਾਂ ਦੇ ਵਿੱਚ। ਕੋਈ ਰਿਲੀਜੀਅਸ ਐਜੂਕੇਸ਼ਨ ਬੱਚੇ ਨੂੰ ਨਹੀਂ ਦੇਣੀ ਚਾਹੀਦੀ। ਉਹ 15 ਸਾਲ ਤੋਂ ਬਾਅਦ ਬੱਚਾ ਜਿਹੜਾ ਹੈ ਖੁਦ ਬਖੁਦ ਧਰਮ ਦੇ ਬਾਰੇ ਆਪਣਾ ਜੋ ਵੀ ਉਸਨੇ ਸੋਚਣਾ ਹੈ ਉਹਦੇ ਬਾਰੇ ਡਿਸਾਈਡ ਕਰੇ। ਜਿਗਿਆਸਾ ਪੈਦਾ ਹੋਊਗੀ ਤੇ ਉਸ ਤੋਂ ਬਾਅਦ ਫਿਰ ਉਹ ਦੇਖੂਗਾ ਕਿ ਉਹਨੇ ਕਿੱਧਰ ਨੂੰ ਤੁਰਨਾ। ਉਹਦੇ ਉੱਤੇ ਥੋਪੋ ਨਾ, ਉਹਨੂੰ ਸ਼ੁਰੂ ਤੋਂ ਹੀ ਟੀਕੇ ਨਾ ਲਾ ਦਿਓ, ਉਹਦੇ ਗਲ ਵਿੱਚ ਪਟੇ ਨਾ ਪਾ ਦਿਓ ਕਿ ਤੇਰਾ ਇਸ ਧਰਮ ਨਾਲ ਸੰਬੰਧ ਹੈ। 15 ਸਾਲ ਤੱਕ ਘੱਟੋ ਘੱਟ ਸਕੂਲਾਂ ਦੇ ਵਿੱਚ ਰਿਲੀਜਨ ਦੀ ਐਜੂਕੇਸ਼ਨ ਨਹੀਂ ਦੇਣੀ ਚਾਹੀਦੀ। ਮੈਂ ਇੱਥੇ ਇੱਕ ਗੱਲ ਲਾਸਟ ਵਿੱਚ ਕਲੀਅਰ ਕਰਦਾ, ਰਿਲੀਜੀਅਸ ਐਜੂਕੇਸ਼ਨ
ਤੇ ਮੋਰਲ ਐਜੂਕੇਸ਼ਨ ਦੇ ਵਿੱਚ ਫਰਕ ਹੈ। ਬਿਲਕੁਲ ਬਿਲਕੁਲ। ਪਤਾ ਕੀ ਹੈ, ਰਿਲੀਜਨ ਦੀ ਗੱਲ ਹੁੰਦੀ ਹੈ, ਦੂਸਰੇ ਪਾਸੇ ਅਧਿਆਤਮਵਾਦ ਦੀ ਗੱਲ ਹੁੰਦੀ ਹੈ। ਆਪਾਂ ਆਉਂਦੇ ਸਮੇਂ ਦੇ ਵਿੱਚ ਮੈਂ ਚਾਹੂੰਗੀ ਕਿ ਆਪਾਂ ਕੁਝ ਇਹਨਾਂ ਵਿਸ਼ਿਆਂ ਦੇ ਉੱਤੇ ਹੋਰ ਡਿਟੇਲ 'ਚ ਗੱਲਬਾਤ ਕਰ ਸਕੀਏ। ਗੁਰਸ਼ਰਨ ਜੀ, ਸਮਾਂ ਤੁਹਾਡੇ ਕੋਲ ਹੋਰ ਹੈ ਨਹੀਂ ਗਾ, ਜਿੰਨਾ ਵੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਾਰੇ ਸੁਣਨ ਵਾਲਿਆਂ ਦਾ। ਥੈਂਕ ਯੂ ਜੀ।